ਬਹੁਤ ਸਾਰੀਆਂ ਕੁੜੀਆਂ ਵਿਆਹ ਕਰਵਾ ਕੇ ਵਿਦੇਸ਼ ਜਾਣਾ ਚਾਹੁੰਦੀਆਂ ਨੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਹਰੇਕ ਚੰਗੇ ਸੁਪਨੇ ਨੂੰ ਸਾਕਾਰ ਕਰ ਸਕਣ। ਪਰ ਜੇਕਰ ਵਿਦੇਸ਼ੀ ਲਾੜਾ ਮਾੜਾ ਮਿਲ ਜਾਵੇ ਤਾਂ ਜਿੱਥੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ, ਉੱਥੇ ਉਹਨਾਂ ਦੇ ਅਰਮਾਨ ਵੀ ਮਿੱਟੀ ਵਿੱਚ ਮਿਲ ਜਾਂਦੇ ਹਨ। ਜਿਸ ਦੇ ਚੱਲਦਿਆਂ ਵਿਦੇਸ਼ ਜਾਣ ਦਾ ਸੁਪਨਾ ਸੰਜੋਈ ਬੈਠੀ ਕੁੜੀ ਅਤੇ ਉਸ ਦੇ ਮਾਪੇ ਨਰਕ ਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਵਿਦੇਸ਼ੀ ਲਾੜਿਆਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਨੇ। ਇਸੇ ਤਰ੍ਹਾਂ ਦਾ ਮਾਮਲਾ ਭਦੌੜ ਦੀ ਇੱਕ ਲੜਕੀ ਦਾ ਹੈ। ਭਦੌੜ ਦੀ ਸਰਬਜੀਤ ਕੌਰ ਜੋ ਕਿ ਮਹਿੰਦਰ ਸਿੰਘ ਦੀ ਬੇਟੀ ਹੈ। ਸਰਬਜੀਤ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦਾ ਵਿਆਹ 2008 ਵਿੱਚ ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਭਾਈ ਰੂਪਾ ਨਾਲ ਹੋਇਆ ਸੀ। ਸਰਬਜੀਤ ਕੌਰ ਨੇ ਆਈਲੈਟਸ ਕੀਤੀ ਅਤੇ ਆਪਣੇ ਪਤੀ ਸੰਦੀਪ ਸਿੰਘ ਨਾਲ ਸਪਾਊਸ ਵੀਜ਼ੇ ਤੇ ਦੋਵੇਂ ਜਣੇ ਇੰਗਲੈਂਡ ਚਲੇ ਗਏ। ਸਰਬਜੀਤ ਕੌਰ ਨੇ ਕਥਿਤ ਧੋਖਾਧੜੀ ਦਾ ਜੋ ਇਲਜ਼ਾਮ ਸੰਦੀਪ ਸਿੰਘ ਦੇ ਪਰਿਵਾਰ ਉੱਪਰ ਲਾਇਆ ਹੈ, ਉਹ ਸਾਰੀ ਗੱਲਬਾਤ ਸਰਬਜੀਤ ਅਤੇ ਉਸ ਦੇ ਪਰਿਵਾਰ ਦੀ ਜ਼ੁਬਾਨੀ ਸੁਣਦੇ ਹਾਂ। ਮੇਰੀ ਮੈਰਿਜ 2008 ਦੇ ਵਿੱਚ ਹੋਈ ਸੀ, ਦਸੰਬਰ 2008 ਦੇ ਵਿੱਚ ਸੰਦੀਪ ਸਿੰਘ ਨਾਲ, ਉਹ ਭਾਈ ਰੂਪਾ ਤੋਂ ਨੇ। ਮੈਂ ਆਇਲਸ ਕੀਤੀ ਸੀਗੀ ਅਤੇ ਮੇਰੀ ਫਿਰ ਮੈਰਿਜ ਇੱਦਾਂ ਹੋਈ ਅਤੇ ਫਿਰ ਉਸ ਤੋਂ ਬਾਅਦ 2010 ਦੇ ਵਿੱਚ ਅਸੀਂ ਇੰਗਲੈਂਡ ਗਏ ਸੀਗੇ ਸਟੱਡੀ ਵੀਜ਼ਾ 'ਤੇ। ਉਹ ਮੇਰੇ ਨਾਲ ਹੀ ਗਏ ਸੀਗੇ। ਫਿਰ 2012 ਦੇ ਵਿੱਚ ਮੇਰਾ ਬੇਟੇ ਨੇ ਬਰਥ ਹੋਇਆ, ਮੇਰੇ ਬੇਟੇ ਦਾ ਅਰਨਵਜੋਤ ਦਾ। ਫਿਰ 14 ਦੇ ਵਿੱਚ ਫਿਰ ਮੈਂ ਕਿ ਆਪਣੇ ਬੇਟੇ ਦੇ ਨਾਲ ਜਨਵਰੀ ਦੇ ਵਿੱਚ ਵਾਪਸ ਆ ਗਈ ਸੀਗੀ, ਕਿਉਂਕਿ ਉੱਥੇ PR ਦਾ ਹੈ ਨਹੀਂ ਸੀ ਸਿਸਟਮ ਉਸ ਟਾਈਮ। ਅਤੇ ਸਾਡਾ ਇਹ ਸੀਗਾ ਕਿ ਆਸਟ੍ਰੇਲੀਆ ਦਾ ਅਪਲਾਈ ਕਰ ਦਾਂਗੇ ਜਾ ਕੇ ਆਪਾਂ। ਅਤੇ ਮੈਂ ਇੱਕ ਇਹ ਸੀਗਾ ਕਿ ਬੱਚਾ ਮੇਰੀ ਫੈਮਿਲੀ ਦੇ ਵਿੱਚ ਉਹ ਵੀ ਪਹਿਲਾਂ ਸੀਗਾ ਅਤੇ ਉੱਧਰੋਂ ਵੀ, ਤਾਂ ਇੱਕ ਚੀਜ਼ ਸੀ ਕਿ ਪੈਰੈਂਟਸ ਬੱਚੇ ਨੂੰ ਦੇਖ ਲੈਣਗੇ, ਉਹਨੂੰ ਮਿਲ ਲੈਣਗੇ। ਫਿਰ ਮੈਂ 2014 ਵਿੱਚ ਜਦੋਂ ਆਈ ਸੀ, ਮੈਂ ਆ ਕੇ ਦੁਬਾਰਾ ਤੋਂ ਆਇਲਸ ਕੀਤੀ ਆ ਔਰ ਦੁਬਾਰਾ ਤਾਂ ਇਹ ਸੋਚਿਆ ਸੀਗਾ ਕਿ ਆਸਟ੍ਰੇਲੀਆ ਦਾ ਅਪਲਾਈ ਕਰ ਦਾਂਗੇ, ਬਟ ਉਸ ਟਾਈਮ ਸਪਾਊਸ ਕੇਸ ਨਹੀਂ ਸੀ ਲੱਗਾ। ਉਹਨਾਂ ਨੇ ਕਿਹਾ ਸੀ ਸਿੰਗਲ ਹੀ ਹੋਊਗਾ, ਬਟ ਫੈਮਿਲੀ ਅਲਾਓ ਨਹੀਂ ਸੀ ਕਰ ਰਹੀ ਕਿ ਇਕੱਲਿਆਂ ਨਹੀਂ ਜਾਣਾ। ਇਸ ਤੋਂ ਬਾਅਦ ਫਿਰ 7-8 ਮਹੀਨਿਆਂ ਬਾਅਦ ਹਸਬੈਂਡ ਵੀ ਵਾਪਸ ਆ ਗਈ ਸੀਗੀ। ਫਿਰ ਉਹਨਾਂ ਨੇ ਕਿ ਸ਼ੌਪ ਕਰ ਲਈ ਸੀਗੀ ਪਲਾਈਵੁੱਡ ਸਟੋਰ ਦੀ, ਅਤੇ ਮੈਂ ਸਕੂਲ ਟੀਚ ਕਰਨ ਲੱਗ ਗਈ ਸੀਗੀ। ਤਾਂ ਸਹੀ ਵਧੀਆ ਚੱਲ ਰਿਹਾ ਸੀਗਾ, ਬਟ ਪੈਰੈਂਟਸ ਨੂੰ ਇਹ ਸੀਗਾ ਕਿ ਨਹੀਂ ਫੋਰਨ ਹੀ ਜਾਣਾ ਗਾ। ਇਸ ਚੀਜ਼ ਨੂੰ ਲੈ ਕੇ ਬੜਾ ਕੁਛ ਚੱਲਦਾ ਸੀਗਾ ਘਰ, ਕਲੇਸ਼ ਲੜਾਈਆਂ ਸਭ ਕੁਛ ਚੱਲਦਾ ਸੀਗਾ। ਫਿਰ 16 ਦੇ ਵਿੱਚ ਫੈਬ ਦੇ ਵਿੱਚ ਹਸਬੈਂਡ ਇਕੱਲੇ ਚੱਲ ਗਏ ਆ ਪਾਥਵੇ ਲੈ ਕੇ ਯੂਰਪ ਦੇ ਵਿੱਚ ਕਿ ਮੈਂ ਚੱਲ ਜਾਣਾ, ਮੈਂ ਸਾਲ ਬਾਅਦ 1.5 ਸਾਲ ਬਾਅਦ ਕਿ ਤੁਹਾਨੂੰ ਮੈਂ ਬੁਲਾ ਲੂੰਗਾ, ਔਰ ਉਹ ਮੈਨੂੰ ਮੇਰੇ ਪੈਰੈਂਟਸ ਕੋਲ ਛੱਡ ਗਏ ਆ। ਬਟ ਉਸ ਤੋਂ ਬਾਅਦ ਫਿਰ 18 ਦੀ ਲਾਸਟ ਵਿੱਚ ਕਿ ਉਹਦਾ ਬਿਹੇਵੀਅਰ ਚੇਂਜ ਹੋ ਗਿਆ, ਫ਼ੋਨ ਕਰਨਾ ਜਿੱਦਾਂ ਘੱਟ ਕਰਤਾ, ਉਹਨੇ ਗੱਲਬਾਤ ਕਰਨੀ ਘੱਟ ਕਰਤੀ। ਪਹਿਲਾਂ ਸਭ ਕੁਛ ਵਧੀਆ ਚੱਲ ਰਿਹਾ ਸੀਗਾ। ਫਿਰ ਉਸ ਤੋਂ ਬਾਅਦ ਉਹਨੇ ਇੱਕ ਫ਼ੋਨ ਭੇਜਿਆ ਸੀਗਾ, ਉਹਦੇ ਵਿੱਚ ਉਹਦਾ ਕਿ ਸਭ ਕੁਛ ਸੀਗਾ, ਦੂਸਰੀ ਮੈਰਿਜ ਦੀਆਂ ਪਿਕਸ ਸੀਗੀਆਂ, ਉਹ ਚੈਟ ਵਗੈਰਾ ਸੀ, ਸਭ ਕੁਛ ਸੀਗਾ। ਰਜਿਸਟਰ ਦੇ ਅੱਗੇ ਮੈਰਿਜ ਹੋ ਰਹੀ ਹੈ ਉਹਨਾਂ ਦੀ, ਵੀਡੀਓ ਵਗੈਰਾ ਸੀਗੀਆਂ। ਫਿਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਇਹ ਸਭ ਕੀ ਹੈਗਾ, ਤਾਂ ਪਹਿਲਾਂ ਤੋਂ ਮੰਨਿਆ ਨਹੀਂ ਗਿਆ, ਕਹਿੰਦਾ ਕਿ ਨਹੀਂ ਇਹ ਤਾਂ ਜਸਟ ਇੱਕ ਪੇਪਰ ਮੈਰਿਜ ਆ, ਮੈਂ ਪੇਪਰ ਮੈਰਿਜ ਕਰਵਾਈ ਹੈ ਪੱਕੇ ਹੋਣ ਦੇ ਲਈ। ਪਰ ਬਾਅਦ ਵਿੱਚ ਉਹ ਮੰਨ ਗਿਆ ਕਿ ਹਾਂ ਮੈਂ ਵੀ ਪੱਕੀ ਮੈਰਿਜ ਕਰਵਾ ਲਈ ਹੈ, ਕਿ ਮੈਂ ਵਾਪਸ ਇੰਡੀਆ ਨਹੀਂ ਆਉਣਾ ਹੈਗਾ। ਅਗਰ ਤੈਨੂੰ ਡਾਈਵੋਰਸ ਚਾਹੀਦਾ ਗਾ ਤਾਂ ਮੈਂ ਤੈਨੂੰ ਇੱਧਰੋਂ ਲਿਖ ਕੇ ਭੇਜ ਦਿੰਦਾ ਹੈਗਾ, ਫੈਕਸ ਕਰ ਦੂੰਗਾ ਸਾਈਨ ਕਰਕੇ। ਬਟ ਮੈਂ ਕਿਹਾ ਸੀ ਕਿ ਨਹੀਂ ਇੱਦਾਂ ਨਹੀਂ ਹੈਗਾ, ਵੀ ਤੂੰ ਇੰਡੀਆ ਆ ਕੇ ਇੱਥੇ ਡਾਈਵੋਰਸ ਦੇ ਬੈਠ ਕੇ ਜਾਂ ਗੱਲਬਾਤ ਕਰ ਕਿ ਕਿਉਂ ਦੇ ਰਿਹਾ ਡਾਈਵੋਰਸ, ਵੀ ਇਹ ਸਭ ਕੀ ਹੈਗਾ, ਵੀ ਬੱਚੇ ਨੂੰ ਹੁਣ ਮੈਂ ਕਿੱਥੇ ਲੈ ਕੇ ਜਾਵਾਂ। ਕਹਿੰਦਾ ਬੱਚੇ ਨੂੰ ਮੇਰੇ ਪੈਰੈਂਟਸ ਕੋਲ ਛੱਡਿਆ ਤੂੰ, ਬਟ ਮੈਂ ਵਾਪਸ ਨਹੀਂ ਆਉਣਾ। ਔਰ ਉਹਨੇ ਮੇਰੇ ਪੇਰੈਂਟਸ ਨੂੰ ਵੀ ਫ਼ੋਨ ਕਰਕੇ ਇਹ ਕਿਹਾ ਕਿ ਤੁਸੀਂ ਇਹਦੀ ਮੈਰਿਜ ਕਰ ਦਿਓ, ਮੈਂ ਨਹੀਂ ਵਾਪਸ ਆਉਣਾ। ਬਸ ਉਸ ਤੋਂ ਬਾਅਦ ਉਹਨੇ ਆਪਣਾ ਕੰਟੈਕਟ ਬੰਦ ਕਰ ਲਿਆ, ਫ਼ੋਨ ਨੰਬਰ ਸਾਡੇ ਬਲੌਕ ਕਰਤੇ ਆ, ਫੇਸਬੁੱਕ ਬੰਦ ਕਰਤੀ, ਇੰਸਟਾ ਸਭ ਕੁਛ ਬੰਦ ਕਰਤਾ। ਉਸ ਤੋਂ ਬਾਅਦ ਫਿਰ ਉਹਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕੀਤਾ। ਫਿਰ ਇਸ ਚੀਜ਼ ਨੂੰ ਅਸੀਂ ਉਹਦੇ ਪੇਰੈਂਟਸ ਨੂੰ ਦੱਸਿਆ ਕਿ ਉਹਨੇ ਇਹ ਸਭ ਕੀਤਾ। ਪਹਿਲਾਂ ਤਾਂ ਪੇਰੈਂਟਸ ਮੰਨੇ ਨਹੀਂ ਹੈਗੇ ਕਿ ਨਹੀਂ ਸਾਡੇ ਨਾਲ ਤਾਂ ਉਹਦਾ ਕੋਈ ਕੰਟੈਕਟ ਨਹੀਂ, ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ। ਪਰ ਬਾਅਦ ਵਿੱਚ ਫਿਰ ਉਹ ਕਹਿੰਦੇ ਕਿ ਹਾਂ ਆਪਾਂ ਬੱਚੇ ਨੂੰ ਤਾਂ ਤੈਨੂੰ ਲੈ ਜਾਂਦੇ ਹਾਂ ਆਪਣੇ ਕੋਲ, ਉੱਥੇ ਆਪਾਂ ਤੈਨੂੰ ਆਪਣੀ ਇੱਕ ਬੇਟੀ ਬਣਾ ਕੇ ਰੱਖਾਂਗੇ, ਔਰ ਬੱਚੇ ਨੂੰ ਜੋ ਵੀ ਉਹਦਾ ਬਣਦਾ ਹੱਕ ਆ ਉਹ ਦਿੱਤਾ ਜਾਊਗਾ, ਬੱਚੇ ਦਾ ਪਾਲਣ ਪੋਸ਼ਣ ਕਰਾਂਗੇ। ਵੀ ਜੇ ਸਾਡਾ ਬੇਟਾ ਆਊਗਾ ਕੱਲ੍ਹ ਨੂੰ ਅਸੀਂ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੇ, ਕਿ ਉਹਨੇ ਇਹ ਸਭ ਕੀਤਾ। ਮੇਰੇ ਬਸ ਇਹ ਕਿ 10 ਦਿਨ ਵਧੀਆ ਚੱਲਦਾ ਰਿਹਾ ਜਦੋਂ ਮੈਨੂੰ ਲੈ ਗਏ ਸੀਗੇ। ਪਰ 10ਵੇਂ ਦਿਨ ਫਿਰ ਉਹਦੇ ਕਿ ਫਾਦਰ ਸਾਹਿਬ ਕੋਲ ਉਹਦਾ ਫ਼ੋਨ ਆਇਆ ਅਤੇ ਉਹਨਾਂ ਨੇ ਮੇਰੀ ਗੱਲ ਕਰਵਾਈ। ਬਸ ਉਹਨੇ ਮੈਨੂੰ ਇਹ ਬੋਲਿਆ ਸੀਗਾ ਕਿ ਤੂੰ ਇੱਥੇ ਕੀ ਕਰਨ ਆਈ ਆ, ਕਿ ਜਿੱਥੋਂ ਆਈ ਆ ਉੱਥੇ ਚੱਲ ਜਾ, ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਜਦੋਂ ਮੈਂ ਮੈਰਿਜ ਕਰਵਾ ਲਈ, ਮੈਂ ਬੋਲਤਾ ਕਿ ਮੈਂ ਇੰਡੀਆ ਨਹੀਂ ਆਉਣਾ, ਤੂੰ ਡਾਈਵੋਰਸ ਲੈ ਲੈ, ਮੈਂ ਤੈਨੂੰ ਡਾਈਵੋਰਸ ਦੇ ਦਿੰਦਾ, ਬਟ ਇੱਥੇ ਨਾ ਰਹਿ, ਵਾਪਸ ਚੱਲ ਜਾ ਜਿੱਥੋਂ ਆਈ ਆ। ਅਤੇ ਮੈਂ ਕਿਹਾ ਵੀ ਮੈਂ ਨਹੀਂ ਡਾਈਵੋਰਸ ਨਹੀਂ ਲੈਣਾ ਹੈਗਾ, ਵੀ ਤੂੰ ਇੰਡੀਆ ਆ ਕੇ ਦੇ। ਕਹਿੰਦਾ ਮੈਂ 2-3 ਸਾਲਾਂ ਬਾਅਦ ਜਦੋਂ ਮੈਨੂੰ ਲੱਗੂਗਾ ਮੈਂ ਉਦੋਂ ਆਊਂਗਾ, ਉਦੋਂ ਮੈਂ ਆ ਕੇ ਡਿਸਾਈਡ ਕਰ ਲੂੰਗਾ ਕਿ ਮੈਂ ਤੇਰੇ ਨਾਲ ਰੱਖਣਾ ਰਿਸ਼ਤਾ ਜਾਂ ਨਹੀਂ ਰੱਖਣਾ। ਬਸ ਇਸ ਤੋਂ ਬਾਅਦ ਉਹਦੇ ਪੈਰੈਂਟਸ ਨੇ ਵੀ ਕਹਿਤਾ ਕਿ ਜਿੱਦਾਂ ਸਾਡਾ ਬੇਟਾ ਕਹੂਗਾ ਅਸੀਂ ਉੱਦਾਂ ਹੀ ਕਰਨਾ, ਅਸੀਂ ਉਸ ਤੋਂ ਉੱਪਰ ਨਹੀਂ ਜਾ ਸਕਦੇ, ਅਤੇ ਵੀ ਤੂੰ ਚਲੀ ਜਾ, ਅਸੀਂ ਨਾ ਤੁਹਾਡਾ ਖਰਚਾ ਚੁੱਕ ਸਕਦੇ ਹਾਂ, ਨਾ ਤੁਹਾਨੂੰ ਇੱਥੇ ਰੱਖ ਸਕਦੇ ਹਾਂ। ਬਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਘਰ ਆ ਗਈ। ਇੱਥੇ ਆ ਕੇ ਅਸੀਂ SSC ਸਾਹਿਬ ਦੇ ਬਰਨਾਲਾ ਦੀ ਕੰਪਲੇਂਟ ਦਿੱਤੀ ਸੀਗੀ। ਉਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਦੋਨੇ ਫੈਮਲੀਜ਼ ਬੈਠ ਕੇ ਗੱਲਬਾਤ ਕਰ ਲਓ, ਸੌਰਟ ਆਊਟ ਕਰ ਲਓ ਇੱਦਾਂ।
ਬਟ ਉਹ ਅਸੀਂ ਮਤਲਬ ਕਿ ਵੇਟ ਕਰਦੇ ਰਹੇ, ਉਹ ਆਏ ਨਹੀਂ। ਬਟ ਜਦੋਂ ਆਏ ਗੱਲਬਾਤ ਕੀਤੀ, ਉਹ ਕਹਿੰਦੇ ਸੀਗੇ ਸਾਨੂੰ ਟਾਈਮ ਚਾਹੀਦਾ, ਸਾਨੂੰ 4 ਦਿਨ ਟਾਈਮ ਦੇ ਦਿਓ, ਅਸੀਂ ਫਿਰ ਡਿਸਾਈਡ ਕਰਕੇ ਦੱਸਾਂਗੇ ਅਸੀਂ ਕੀ ਕਰਨਾ। ਫਿਰ ਇੱਦਾਂ ਹੀ ਮੈਂ NRI ਵਿੰਗ ਦੇ ਵਿੱਚ ਕੰਪਲੇਂਟ ਕੀਤੀ ਸੀਗੀ ਉਹ ਸੰਦੀਪ ਦੇ ਲਈ, ਬਟ ਉਹਨਾਂ ਨੇ ਵੀ ਸਾਨੂੰ ਦੋਨਾਂ ਫੈਮਿਲੀ ਨੂੰ ਬਿਠਾ ਕੇ 3 ਵਾਰ ਬੁਲਾਇਆ। ਉਹਨਾਂ ਨੇ ਬਿਠਾ ਕੇ ਇੱਦਾਂ ਹੀ ਗੱਲਬਾਤ ਕਰਦੇ ਰਹੇ ਕਿ ਚਲੋ ਬੱਚੇ ਦਾ ਜੋ ਹੱਕ ਬਣਦਾ ਉਹਨੂੰ ਦੇ ਦਿਓ, ਤੁਸੀਂ ਇਹਨਾਂ ਨੂੰ ਨਾ ਰੋਲੋ। ਉਹਦੇ ਪੇਰੈਂਟਸ ਕਹਿੰਦੇ ਸੀ ਕਿ ਅਸੀਂ ਮਤਲਬ ਕਿ ਇੱਦਾਂ ਪੱਕਾ ਨਹੀਂ ਦੇਣਾ ਹੈਗਾ। ਮੈਨੂੰ ਇਹ ਸੀਗਾ ਕਿ ਲੀਗਲੀ ਦੇ ਦਿਓ ਤੁਸੀਂ ਬੱਚੇ ਦਾ ਹੱਕ, ਮਤਲਬ ਕੱਲ੍ਹ ਨੂੰ ਅਗਰ ਸੰਦੀਪ ਆ ਜਾਂਦਾ ਜਾਂ ਤੁਸੀਂ ਦੁਬਾਰਾ ਫਿਰ ਮੈਨੂੰ ਘਰੋਂ ਕੱਢ ਦਿੰਦੇ ਹੋ ਕਿ ਫਿਰ ਮੈਂ ਆਪਣੇ ਬੱਚੇ ਨੂੰ ਲੈ ਕੇ ਕਿੱਥੇ ਜਾਊਂਗੀ। ਬਟ ਉਹ ਕਹਿੰਦੇ ਕਿ ਨਹੀਂ, ਅਸੀਂ ਲੀਗਲੀ ਨਹੀਂ ਕੁਛ ਕਰਨਾ ਹੈਗਾ। ਫਿਰ ਬਸ ਸਰ ਇੱਦਾਂ ਹੀ ਚੱਲਦਾ ਰਿਹਾ ਸੀਗਾ। ਫਿਰ ਉਹਨਾਂ ਨੇ ਹੁਣ 15-20 ਦਿਨ ਪਹਿਲਾਂ ਮੇਰੇ 'ਤੇ ਕੰਪਲੇਂਟ ਕੀਤੀ ਹੈਗੀ ਫੂਲ ਥਾਣਾ ਦੇ ਵਿੱਚ ਕਿ ਇਹ ਸਾਨੂੰ ਹੈਰਸ ਕਰਦੀ, ਸਾਡੇ ਤੋਂ ਪ੍ਰਾਪਰਟੀ 'ਚੋਂ ਹਿੱਸਾ ਮੰਗਦੀ ਆ। ਔਰ ਡੇਢ ਮਹੀਨਾ ਪਹਿਲਾਂ ਮੇਰੀ ਮਦਰ ਨਾਲ ਡੈਥ ਹੋਈ ਆ, ਉਹ ਵੀ ਇਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਮਤਲਬ ਕਿ ਤੂੰ ਉਹਨੂੰ ਮਾਰਿਆ ਹੈਗਾ, ਤੂੰ ਧਮਕੀਆਂ ਦਿੱਤੀਆਂ, ਤੇਰੀ ਟੈਨਸ਼ਨ ਦੇ ਵਿੱਚ ਉਹ ਮਤਲਬ ਕਿ ਡੈਥ ਹੋਈ ਆ। ਹੁਣ ਉੱਥੇ ਫੋਨ ਉਹਨਾਂ ਨੇ ਜਦੋਂ ਮੇਰੇ 'ਤੇ ਕੰਪਲੇਂਟ ਕੀਤੀ, ਉੱਥੇ ਸਾਨੂੰ ਬੁਲਾਇਆ ਗਿਆ। ਉੱਥੇ ਜਦੋਂ ਉਹਨਾਂ ਨੇ ਸਭ ਕੁਝ ਪੁੱਛਿਆ, ਫਿਰ ਉਹਨਾਂ ਨੇ ਕਿਹਾ ਸੀਗਾ ਪੁਲਿਸ ਵਾਲਿਆਂ ਨੇ ਕਿ ਬੱਚੇ ਦਾ ਹੱਕ ਹੈਗਾ ਵੀ ਉਹ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ, ਤੁਹਾਨੂੰ ਦੇਣਾ ਪਊਗਾ। ਉੱਥੇ ਫਿਰ ਇਹਨਾਂ ਨੇ 4 ਦਿਨ ਟਾਈਮ ਲੈ ਲਿਆ, ਕਹਿੰਦੇ ਸਾਨੂੰ 4 ਦਿਨ ਦਾ ਟਾਈਮ ਦੇ ਦਿਓ, ਅਸੀਂ 4 ਦਿਨ ਬਾਅਦ ਸੋਚ ਕੇ ਦੱਸਦੇ ਹਾਂ ਅਸੀਂ ਕੀ ਕਰਨਾ। 4 ਦਿਨ ਬਾਅਦ 24 ਜੁਲਾਈ ਨੂੰ ਅਸੀਂ ਫਿਰ ਉੱਥੇ ਗਏ ਤਾਂ ਉੱਥੇ ਸਰ ਫਿਰ ਕਹਿੰਦੇ ਕਿ ਨਹੀਂ, ਅਸੀਂ ਤਾਂ ਕੁਛ ਨਹੀਂ ਦੇਣਾ ਹੈਗਾ, ਅਗਰ ਇਹ ਕੋਰਟ ਦੇ ਥਰੂ ਕੁਛ ਲੈ ਸਕਦੀ ਹੈ ਇੱਦਾਂ ਲੈ ਲੇ, ਇੱਦਾਂ ਅਸੀਂ ਕੁਛ ਨਹੀਂ ਦੇਣਾ ਹੈਗਾ। ਇੱਕ ਇਹਦੇ ਤਾਈ ਦਾ ਬੇਟਾ ਹੈਗਾ ਚਮਕੌਰ ਸਿੰਘ, ਉਹ CRPF ਦੇ ਵਿੱਚ ਹੈਗੇ ਆ, ਬਟ ਉਹ ਜ਼ਿਆਦਾ ਮਤਲਬ ਕਰਦੇ ਆ ਇੰਟਰਫੇਅਰ। ਪਹਿਲਾਂ ਨਹੀਂ ਸੀ ਉਹ ਆਉਂਦੇ, ਹੁਣ ਬਸ ਉਹ ਬਹੁਤ ਜ਼ਿਆਦਾ ਇੰਟਰਫੇਅਰ ਕਰਦੇ ਆ ਔਰ ਉਹ ਬਹੁਤ ਮਤਲਬ ਗਲਤ ਬੋਲਦੇ ਆ। ਉਸ ਦਿਨ ਵੀ ਉਹ ਮੈਨੂੰ ਇਹ ਬੋਲ ਕੇ ਗਏ ਆ ਕਿ ਫਿਰਦੀ ਰਹੇਂਗੀ ਇੱਦਾਂ ਹੀ, ਮਹੀਨਾ ਫਿਰ ਕੇ ਹਟ ਜਾਏਗੀ, ਸਾਡਾ ਕੀ ਕਰ ਲੈਂਗੀ, ਸਾਡੇ ਤੋਂ ਕੀ ਲੈ ਲੈਂਗੀ। ਅਤੇ ਹੁਣ ਮੈਨੂੰ ਮਤਲਬ ਕਿ ਕੱਲ੍ਹ ਪਤਾ ਚੱਲਿਆ, ਹਜੇ ਮੈਂ ਉਹਦੇ ਲਈ ਸ਼ੋਰ ਨਹੀਂ, ਮੈਂ ਸ਼ੋਰ ਕਰਨਾ ਕਿ ਇਹਨਾਂ ਨੇ ਮਤਲਬ ਕਿ ਆਪਣੀ ਪੈਲੀ ਹੋਰ ਵੇਚਤੀ ਹੈ। ਪਹਿਲਾਂ ਵੀ ਸੇਲ ਕਰ ਰਹੇ ਆ ਇਹ, ਥੋੜ੍ਹੀ ਪੈਲੀ ਹੋਰ ਵੇਚਤੀ ਹੈਗੀ ਕਿ ਉਹ ਵੀ ਉਹ ਤਾਏ ਦੇ ਮੁੰਡੇ ਨੂੰ। ਬਸ ਉਹਨਾਂ ਨੂੰ ਸਭ ਨੂੰ ਇਹ ਹੈ ਕਿ ਹੁਣ ਮੰਮੀ ਡੈਥ ਹੋ ਗਈ ਆ, ਮੈਂ ਉੱਥੇ ਰਹਿੰਦੀ ਨਹੀਂ ਹੈਗੀ, ਸੰਦੀਪ ਵੀ ਇੱਥੇ ਨਹੀਂ ਆ, ਵੀ ਅਸੀਂ ਲੈ ਲਾਂਗੇ ਸਭ ਕੁਛ। ਸਹੀ ਸਭ। ਹਾਂਜੀ, ਉਹਨੇ ਫੋਨ ਭੇਜਿਆ ਸੀ, ਫੋਨ ਦੀ ਡਿਸਪਲੇ ਟੁੱਟੀ ਹੋਈ ਸੀਗੀ। ਉਹਨੇ ਮੈਨੂੰ ਇਹ ਕਿਹਾ ਸੀ ਕਿ ਇਹਨੂੰ ਫੋਨ ਨੂੰ ਠੀਕ ਕਰਵਾ ਲਈ, ਅਤੇ ਮੈਂ ਸੀਗਾ ਕਿ ਮੈਂ ਹਰ ਗੱਲ ਉਹਨੂੰ ਪੁੱਛ ਦੱਸ ਕੇ ਕਰਦੀ ਹੁੰਦੀ ਸੀ। ਮੈਂ ਜਦੋਂ ਇੱਥੇ ਸ਼ੌਪ 'ਤੇ ਹੀ ਫੋਨ ਦੇਖ ਕੇ ਆਉਂਦਾ ਸੀ, ਮੈਂ ਉਹਦਾ ਨੰਬਰ ਉਸ ਮੁੰਡੇ ਨੇ ਜਿਹਨੇ ਸਾਨੂੰ ਸ਼ੌਪ 'ਤੇ ਭੇਜਿਆ ਸੀ ਉਹਦਾ ਕੰਟੈਕਟ ਉਹਨੂੰ ਦਿੱਤਾ ਸੀਗਾ ਕਿ ਤੁਸੀਂ ਆਪ ਹੀ ਉਹਦੇ ਨਾਲ ਗੱਲ ਕਰ ਲਿਓ ਕਿ ਇਹ ਫੋਨ 'ਤੇ ਠੀਕ ਕਰਾਉਣ 'ਤੇ ਕਿੰਨਾ ਖਰਚਾ ਆਊਗਾ, ਸਭ ਕੁਛ ਕਿੱਦਾਂ ਠੀਕ ਹੋਊਗਾ, ਕੀ ਹੋਣਾ ਇਹਦਾ। ਤਾਂ ਉਹਨੇ ਉਹ ਮਤਲਬ ਕਿ ਮੁੰਡੇ ਨੇ ਵੀ ਕਿਹਾ ਸੀਗਾ ਕਿ ਫੋਨ ਉਹਦੇ ਹੱਥ ਲੱਗਣ ਤੋਂ ਪਹਿਲਾਂ ਇਹਨੂੰ ਕਲੀਅਰ ਕਰ ਦੇ। ਪਰ ਉਹ ਸਾਨੂੰ ਉਹਨੇ ਦੱਸਿਆ ਫੋਨ ਵਾਲੇ ਨੇ ਕਿ ਇੱਦਾਂ ਕਰਕੇ ਤੁਹਾਡੇ ਹਸਬੈਂਡ ਦੀ ਕਾਲ ਆਈ ਕਿ ਤੁਸੀਂ ਨਾ ਪਲੀਜ਼ ਆਪਣਾ ਫੋਨ ਲੈ ਜਾਓ। ਜਦੋਂ ਮੈਂ ਫੋਨ ਲੈ ਕੇ ਮੈਂ ਬਸ ਉਹਨੂੰ ਫੋਨ ਨੂੰ ਔਨ ਕੀਤਾ ਤਾਂ ਉਹਦੇ ਵਿੱਚ ਬਸ ਉਹ ਸਭ ਕੁਛ ਸੀ, ਉਹਦੀਆਂ ਪਿਕਸ ਸੀਗੀਆਂ, ਚੈਟ ਸੀਗੀ ਕੁੜੀਆਂ ਨਾਲ। ਉਸ ਫੋਨ ਦੇ ਥਰੂ, ਚੈਟ ਦੇ ਥਰੂ ਮੈਨੂੰ ਪਤਾ ਚੱਲਦਾ ਕਿ ਉੱਥੇ ਡਰਿੰਕ ਵੀ ਕਰਦਾ ਉਹ, ਔਰ ਸਮੋਕ ਵੀ ਉਹਨੇ ਸਟਾਰਟ ਕਰਤੀ ਸੀ ਉੱਥੇ ਜਾ ਕੇ। ਮੈਰਿਜ ਦੀਆਂ ਪਿਕਸ ਸੀ? ਹਾਂਜੀ, ਉਹਦੇ ਵਿੱਚ ਮੈਰਿਜ ਦੀਆਂ ਪਿਕਸ ਸੀਗੀਆਂ, ਵੀਡੀਓ ਵੀ ਸੀਗੀਆਂ ਬੀਚ ਵਗੈਰਾ 'ਤੇ, ਔਰ ਮੈਰਿਜ ਸਟਾਰਟ ਜਿੱਥੇ ਹੁੰਦੀ ਆ ਉੱਥੋਂ ਦੀ ਵੀ ਵੀਡੀਓ ਬਣੀ ਹੋਈ ਸੀ ਪ੍ਰੋਪਰ। ਬਟ ਜਦੋਂ ਬਸ ਮੈਂ ਪੈਨਿਕ ਹੋ ਗਈ ਸੀ, ਮੈਨੂੰ ਦਿਮਾਗ 'ਚ ਨਹੀਂ ਆਇਆ ਸੀਗਾ ਕਿ ਇਹ ਚੀਜ਼ਾਂ ਨੂੰ ਮੈਨੂੰ ਸੇਵ ਕਰਕੇ ਰੱਖਣਾ ਚਾਹੀਦਾ ਇਨ ਫਿਊਚਰ। ਦਿਮਾਗ 'ਚ ਇੰਨਾ ਹੋਇਆ ਟੈਨਸ਼ਨ ਹੋ ਗਈ ਕਿ ਇਹ ਸਭ ਹੋ ਕੀ ਗਿਆ ਅਚਾਨਕ, ਵੀ ਇੱਦਾਂ ਕੋਈ ਕਿੱਦਾਂ ਕਰ ਸਕਦਾ ਹੈਗਾ। ਬਸ ਇੱਦਾਂ ਪੈਨਿਕ ਹੋ ਕੇ ਉਹਨੂੰ ਪੁੱਛਿਆ, ਬਟ ਉਹਨੂੰ ਬਸ ਪਤਾ ਚੱਲ ਗਿਆ ਕਿ ਫੋਨ ਇਹਦੇ ਹੱਥ ਵਿੱਚ ਆ ਗਿਆ। ਉਹਨੇ iCloud ਸਾਈਨ ਆਊਟ ਕਰਤਾ। ਹਾਂ, ਬਸ ਪਹਿਲੇ ਉਹਨੇ ਇਹ ਕਿਹਾ ਕਿ ਨਹੀਂ ਇਹ ਤਾਂ ਪੇਪਰ ਮੈਰਿਜ ਹੈਗੀ ਆ, ਪਰ ਮੈਂ ਜਦੋਂ ਉਹਨੂੰ ਦੁਬਾਰਾ ਪੁੱਛਿਆ ਕਿ ਨਹੀਂ, ਪੇਪਰ ਮੈਰਿਜ ਦੇ ਵਿੱਚ ਇੱਦਾਂ ਨਹੀਂ ਹੁੰਦਾ ਗਾ, ਇੰਨੇ ਕਲੋਜ਼ ਇੱਦਾਂ ਕਿੱਦਾਂ ਹੋ ਸਕਦੇ ਆ, ਤੁਸੀਂ ਇੱਦਾਂ ਘੁੰਮ ਰਹੇ ਹੋ, ਸ਼ਾਪਿੰਗ ਕਰ ਰਹੇ ਹੋ, ਇੱਦਾਂ ਚੈਟ ਆ ਤੁਹਾਡੀ, ਪੇਪਰ ਮੈਰਿਜ ਦੇ ਵਿੱਚ ਇੱਦਾਂ ਕੁਛ ਨਹੀਂ ਹੁੰਦਾ। ਫਿਰ ਉਹ ਮੰਨ ਗਿਆ ਸੀਗਾ ਕਿ ਹੁਣ ਤਾਂ ਇਹਦੇ ਕੋਲ ਸਭ ਕੁਛ ਇਹਨੂੰ ਪਤਾ ਚੱਲ ਗਿਆ ਵੀ ਹੁਣ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ। ਫਿਰ ਉਹ ਆਪ ਹੀ ਮੰਨ ਗਿਆ ਕਿ ਹਾਂ ਮੈਰਿਜ ਕਰਵਾ ਲਈ ਆ। ਫਿਰ ਉਹਨੇ ਮੇਰੇ ਬ੍ਰਦਰ ਨੂੰ ਵੀ ਇਹ ਚੀਜ਼ ਬੋਲੀ ਆ ਕਿ ਜਦੋਂ ਬਾਅਦ ਵਿੱਚ ਇਹ ਬੋਲਣ ਲੱਗੀ ਕਿ ਤੂੰ ਇਹ ਸਭ ਕਿਉਂ ਕੀਤਾ, ਤਾਂ ਉਹਨੇ ਕਿਹਾ ਕਿ ਮੈਂ ਤਾਂ ਆਪਣਾ ਇੱਕ ਫੋਨ ਹੀ ਬੰਦ ਕਰਨਾ, ਤੁਸੀਂ ਮੇਰਾ ਕੀ ਕਰ ਲਓ, ਕਿੱਥੋਂ ਲੱਭ ਲਓਗੇ ਮੈਨੂੰ। ਹਾਂਜੀ ਸਰ, ਦੱਸਿਆ ਸੀ ਉਹਨਾਂ ਨੂੰ ਇਹ ਚੀਜ਼ਾਂ, ਬਟ ਉਹ ਕਹਿੰਦੇ ਨਾ ਜੀ ਸਾਨੂੰ ਤਾਂ ਕੁਛ ਪਤਾ ਹੀ ਨਹੀਂ ਹੈਗਾ, ਤੂੰ ਉਹਦੇ 'ਤੇ ਇਲਜ਼ਾਮ ਲਾਉਣੀ ਆ। ਫਿਰ ਉਹਨਾਂ ਨੂੰ ਪਿਕਸ ਦਿਖਾਈਆਂ, ਫਿਰ ਉਹ ਕਹਿੰਦੇ ਬਟ ਇਹ ਚੀਜ਼ ਉਹਨੇ ਹੀ ਮੰਨੀ ਸੀਗੀ ਕਿ ਮੇਰੇ ਪੇਰੈਂਟਸ ਨੇ ਮੈਨੂੰ 4.5 ਲੱਖ ਰੁਪਇਆ ਭੇਜਿਆ। ਅਤੇ ਜਦ ਮੈਂ ਉਹਨਾਂ ਦੇ ਪੇਰੈਂਟਸ ਨੂੰ ਕਿਹਾ ਕਿ ਤੁਸੀਂ ਪੈਸੇ ਭੇਜਿਆ ਤਾਂ ਉਹਨੂੰ ਪਤਾ ਸੀ ਇਹ ਚੀਜ਼ ਦਾ। ਅਤੇ ਪਹਿਲਾਂ ਤਾਂ ਉਹ ਕਹਿੰਦੇ ਵੀ ਹਾਂ ਉਹਨੇ ਸਾਨੂੰ ਕਿਹਾ ਸੀ ਕਿ ਮੈਂ ਪੇਪਰ ਮੈਰਿਜ ਕਰਵਾਉਣੀ ਹੈ, ਸਾਨੂੰ ਪਤਾ ਨਹੀਂ ਸੀ ਉਹ ਇੱਦਾਂ ਮੈਰਿਜ ਕਰਾਊਗਾ। ਬਟ ਬਾਅਦ ਵਿੱਚ ਸਰ ਹੁਣ ਉਹ ਇਹ ਕਹਿ ਦਿੰਦੇ ਆ ਕਿ ਨਹੀਂ, ਉਹ ਤਾਂ ਉੱਥੇ ਉਹਦੇ 'ਤੇ ਕੋਈ ਮਤਲਬ ਕਿ ਕੋਈ ਕੇਸ ਦੇ ਵਿੱਚ ਫਸਿਆ ਸੀ, ਉਹਨੂੰ ਜੇਲ੍ਹ ਹੋ ਰਹੀ ਸੀ, ਦੈਟਸ ਵਾਈ ਅਸੀਂ ਉਹਨੂੰ ਪੈਸੇ ਭੇਜੇ ਹੈਗੇ। ਹਾਂਜੀ, ਮੈਰਿਜ ਸਰ ਉਦੋਂ ਹੀ ਮੈਂ ਜਿਵੇਂ ਆਇਲਸ ਕੀਤੀ ਸੀਗੀ, ਇਹਨਾਂ ਨੇ ਕੋਈ ਸਾਡੇ ਘਰ ਰਿਸ਼ਤਾ ਲੈ ਕੇ, ਅਰੇਂਜ ਮੈਰਿਜ ਹੋਈ ਸੀ ਮੇਰੀ, ਰਿਸ਼ਤਾ ਲੈ ਕੇ ਆਇਆ। ਬਕਾਇਦਾ ਸਾਡੇ ਵਿਚੋਲਿਆਂ ਨੂੰ ਇਹ ਸਭ ਪਤਾ ਗਾ, ਉਹਨਾਂ ਨੇ ਕਰਵਾਇਆ ਸੀਗਾ ਕਿ ਕੁੜੀ ਦੀ ਆਇਲਸ ਕੀਤੀ ਹੋਈ ਆ, ਅਸੀਂ ਖਰਚਾ ਕਰਕੇ ਭੇਜਾਂਗੇ। ਔਰ ਅਸੀਂ ਦੋਨੇ ਗਏ ਵੀ ਹਾਂ, ਉਹਨਾਂ ਦਾ ਮੁੰਡਾ ਗਿਆ ਵੀ ਹੈਗਾ ਮੇਰੇ ਨਾਲ। ਜਿਵੇਂ ਅੱਜ ਕੱਲ੍ਹ ਚੱਲ ਰਿਹਾ ਕਿ ਕੁੜੀਆਂ ਇਕੱਲੀਆਂ ਚੱਲ ਜਾਂਦੀਆਂ, ਬਾਅਦ 'ਚੋਂ ਮੁੰਡਿਆਂ ਨੂੰ ਬੁਲਾਉਂਦੀਆਂ ਨੇ, ਉਹ ਸਭ 'ਤੇ ਹੈ ਹੀ ਨਹੀਂ ਸੀਗਾ। ਉਹ ਤਾਂ ਅਗਲਾ ਸੈੱਟ ਹੋ ਕੇ ਉੱਥੇ ਬੈਠਾ ਹੈ ਅਤੇ ਮੈਂ ਫਿਰ ਉੱਦਾਂ ਹੀ ਰੋਲਦੀ ਫਿਰਦੀ ਹਾਂ ਉਹਦੇ 'ਤੇ ਟਰਸਟ ਕਰਕੇ।
ਕਿ ਬਸ ਮੈਂ ਉਹਦੇ 'ਤੇ ਟਰਸਟ ਕੀਤਾ ਸੀ, ਅਤੇ ਉਹਨੇ ਬਸ ਉਹ ਟਰਸਟ ਮੇਰਾ ਬਿਲਕੁਲ ਤੋੜ ਕੇ ਰੱਖਿਆ। ਉਹਨੇ ਮੈਨੂੰ ਭੁਲੇਖੇ 'ਚ ਹੀ ਰੱਖਿਆ ਵੀ ਹਾਂ ਇਹ ਠੀਕ ਹੈ, ਮੈਂ ਤੇਰੇ ਨਾਲ ਆ, ਮੈਂ ਤੇਰੇ ਨਾਲ ਆ। ਨਹੀਂ ਸਰ, ਇਹ ਆਏ ਆ ਵਧੀਆ ਸੀ ਸਿਸਟਮ। ਜਦੋਂ ਵਾਪਸ ਇਹ ਗਏ ਯੂਰਪ ਦੇ ਵਿੱਚ, ਮਤਲਬ ਸਾਈਪਰਸ ਦੇ ਵਿੱਚ, ਉਸ ਤੋਂ ਬਾਅਦ ਸਭ ਕੁਛ ਮਤਲਬ ਹੋਇਆ। ਉਸ ਤੋਂ ਪਹਿਲਾਂ ਸਾਡੇ ਵਿੱਚ ਕਦੇ ਕੁਛ ਨਹੀਂ ਸੀਗਾ, ਸੋਚਿਆ ਵੀ ਨਹੀਂ ਸੀਗਾ ਕਿ ਲਾਈਫ ਇੱਥੋਂ ਤੱਕ ਪਹੁੰਚੂਗੀ ਜਾਂ ਇਹ ਸਭ ਇੱਦਾਂ ਹੋਊਗਾ। ਤੁਹਾਡੇ ਮਾਪਿਆਂ ਵੱਲੋਂ ਵੀ ਕਾਫੀ ਖਰਚ ਕੀਤਾ ਗਿਆ ਉਹਨਾਂ ਨੇ? ਹਾਂਜੀ ਸਰ, ਸਾਡਾ ਮੇਰੀ ਮੈਰਿਜ ਪੈਲੇਸ ਦੇ ਵਿੱਚ ਹੋਈ ਸੀ। ਜੋ ਵੀ ਇਹਨਾਂ ਨੇ ਗੋਲਡ ਵਗੈਰਾ ਡਿਮਾਂਡ ਕੀਤੀ ਸੀ, ਅਸੀਂ ਪ੍ਰੋਪਰ ਉਹ ਪਾਏ, ਉਹਨਾਂ ਨੂੰ ਦਿੱਤਾ, ਔਰ ਇੱਕ ਬਾਈਕ ਦੇ ਪੈਸੇ ਵੀ ਦਿੱਤੇ ਆ। ਬਾਈਕ ਨਹੀਂ ਲਈ ਕਿ ਅਸੀਂ ਬਾਈਕ ਹੀ ਕਰਨੀ ਜਦੋਂ ਫੌਰਨ ਜਾਣਾ ਕਿ ਪੈਸੇ ਹੀ ਦੇ ਦਿਓ, ਵੀ ਮਤਲਬ ਪੈਸੇ ਕੰਮ ਆ ਜਾਣਗੇ, ਬਕਾਇਦਾ ਪੈਸੇ ਵੀ ਦਿੱਤੇ ਅਸੀਂ ਉਹਨਾਂ ਨੂੰ ਬਾਈਕ ਦੇ। ਸਭ ਕੁਝ ਵਧੀਆ ਹੋਈ ਹੈ, ਬਹੁਤ ਜ਼ਿਆਦਾ ਬਰਾਤ ਵੀ ਆਈ ਸੀ ਪੈਲੇਸ ਦੇ ਵਿੱਚ, ਮੈਰਿਜ ਹੋਈ ਸੀ। ਉਹ ਮੇਰੇ ਇਨ-ਲॉज ਨੇ, ਕਿਉਂਕਿ ਉਹਨਾਂ ਨੇ ਮਤਲਬ ਗੱਲ ਇਹ ਹੋਈ ਸੀ ਕਿ ਮਤਲਬ ਕਿ ਸਾਨੂੰ ਆਇਲਸ ਵਾਲੀ ਕੁੜੀ ਚਾਹੀਦੀ ਆ, ਸਾਰਾ ਖਰਚਾ ਅਸੀਂ ਕਰਾਂਗੇ। ਹਾਂਜੀ, ਜੋ ਸਾਈਪਰਸ ਜਿਹੜਾ ਮਤਲਬ ਕਿ ਖਰਚ ਹੋਇਆ ਸੀਗਾ, ਉਹ ਮੇਰੇ ਪੈਰੈਂਟਸ ਨੂੰ ਮੈਂ ਹੀ ਕਿਹਾ ਸੀਗਾ ਕਿ ਉਹਦੇ ਪੈਰੈਂਟਸ ਨੇ ਮਨਾ ਕਰਤਾ ਸੀਗਾ ਕਿ ਆਪਣਾ ਜਦੋਂ ਮਰਜ਼ੀ ਕਰੋ। ਫਿਰ ਮੈਂ ਆਪਣੇ ਪੈਰੈਂਟਸ ਨੂੰ ਕਿਹਾ ਕਿ ਇੱਥੇ ਇਹਨਾਂ ਦੀ ਇੱਦਾਂ ਲੜਾਈ ਹੋ ਰਹੀ ਆ ਕਿ ਤੁਸੀਂ ਮੇਰੇ ਕੋਲ ਪੈਸੇ ਦਾ ਮਤਲਬ ਕਿ ਅਰੇਂਜ ਕਰੋ, ਇਹ ਬਾਹਰ ਜਾਣਾ ਚਾਹੁੰਦੇ ਚੱਲ ਜਾਣਗੇ, ਸ਼ਾਇਦ ਘਰੇ ਸਾਡੀ ਲੜਾਈ ਠੀਕ ਹੋ ਜੇ, ਕਿਉਂਕਿ ਉਹਨਾਂ ਦੇ ਪੈਰੈਂਟਸ ਦਾ ਇਹ ਸੀਗਾ ਕਿ ਇੱਥੋਂ ਚਲੇ ਜਾਣ। ਇਹ ਉਹਦੇ ਲਈ ਉਹ ਬੜਾ ਕੁਛ ਕਰਦੇ ਸੀ। ਉਹਨਾਂ ਦੇ ਨੇਬਰ ਨੂੰ ਸਭ ਕੁਛ ਪਤਾ ਹੈਗਾ ਵੀ ਸਾਨੂੰ ਰਾਤ ਨੂੰ ਘਰੋਂ ਕੱਢ ਦਿੰਦੇ ਹੁੰਦੇ ਸੀਗੇ। ਡੈਡੀ ਇਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਮੇਰੇ ਘਰੇ ਨਹੀਂ ਆਉਣਾ। ਉਹ ਸ਼ਾਪ 'ਤੇ ਜਾਂਦੇ ਹੁੰਦੇ ਸੀਗੇ, ਉਹ ਡਾਕਟਰੀ ਦੀ ਸ਼ਾਪ ਕਰਦੇ ਨਾਲ ਦੇ ਪਿੰਡ 'ਚ, ਉੱਥੇ ਉਹਨਾਂ ਨੇ ਫੋਨ ਕਰ ਦਿੰਦੇ ਸੀ ਸ਼ਾਮ ਨੂੰ ਕਿ ਮੇਰੇ ਆਉਂਦੇ ਤੱਕ ਤੁਸੀਂ ਮੈਨੂੰ ਘਰੇ ਨਹੀਂ ਦਿਖਣੇ ਚਾਹੀਦੇ। ਅਸੀਂ ਕਦੀ ਕਿਸੇ ਦੇ ਘਰ ਰਹਿੰਦੇ ਹੁੰਦੇ ਸੀ ਰਾਤ ਨੂੰ, ਕਦੀ ਕਿਸੇ ਦੇ ਘਰ। ਬਟ ਜਦੋਂ ਮੈਂ ਆਪਣੇ ਪੈਰੈਂਟਸ ਨੂੰ ਇਹ ਸਭ ਦੱਸਿਆ ਕਿ ਇਹ ਹੋ ਰਿਹਾ, ਬਟ ਮੇਰੇ ਹਸਬੈਂਡ ਇਹ ਕਹਿੰਦੇ ਹੁੰਦੇ ਸੀ ਮੇਰੇ ਪੈਰੈਂਟਸ ਨੂੰ ਕਿ ਨਹੀਂ, ਮੈਂ ਨਾਲ ਹੈਗਾ, ਤੁਸੀਂ ਟੈਨਸ਼ਨ ਨਾ ਲਓ, ਦੇਖੋ ਮੈਂ ਵੀ ਤਾਂ ਇਹਦੇ ਨਾਲ ਹੈਗਾ। ਤੁਸੀਂ ਮੈਨੂੰ ਵੀ ਇਹ ਹੁੰਦਾ ਸੀਗਾ ਕਿ ਨਹੀਂ ਕੋਈ ਗੱਲ ਨਹੀਂ, ਸਭ ਠੀਕ ਹੋ ਜਾਣਾ, ਜਦੋਂ ਇਹ ਚੱਲ ਜਾਣਗੇ ਨਾ ਘਰ ਦੇ, ਸਭ ਠੀਕ ਹੋ ਜਾਣਾ, ਕੋਈ ਗੱਲ ਨਹੀਂ। ਬਟ ਉਹ ਕੁਛ ਨਹੀਂ ਹੋਇਆ ਸਰ। ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਉਹਦੇ ਇੰਨੇ ਔਖੇ ਟਾਈਮ ਦੇ ਵਿੱਚ ਉਹਦੇ ਨਾਲ ਸੀਗੀ, ਬਟ ਉਹ ਉੱਥੇ ਜਾ ਕੇ ਉਹਨੇ ਇਹ ਵੀ ਨਹੀਂ ਸੋਚਿਆ ਹੈਗਾ ਕਿ ਮੈਂ ਨਾ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਆਇਆ। ਅਤੇ ਬਾਅਦ ਵਿੱਚ ਮੈਂ ਆਪਣੇ ਬੱਚੇ ਨੂੰ ਵੀ ਨਹੀਂ ਪੁੱਛਿਆ ਹੈਗਾ ਕਿ ਮੇਰਾ ਬੱਚਾ ਕਿੱਥੇ ਆ, ਕਿਵੇਂ ਰਹਿ ਰਿਹਾ, ਕਿਸ ਕਲਾਸ ਦੇ ਵਿੱਚ ਹੋ ਗਿਆ, ਉਹਨੂੰ ਇਹ ਵੀ ਨਹੀਂ ਪਤਾ ਹੈਗਾ। ਲਾਸਟ ਈਅਰ ਬਸ ਉਹਨਾਂ ਦੇ ਜਦੋਂ ਘਰ ਗਏ ਸੀ, ਪਰ ਜੁਲਾਈ ਦੇ ਵਿੱਚ ਉਹਦੇ ਘਰ ਦੇ ਮੈਨੂੰ ਲੈ ਕੇ ਗਈ ਸੀ। ਬਸ ਉਦੋਂ ਇੱਕ ਗੱਲ ਹੋਈ ਸੀ, ਅਤੇ ਉਦੋਂ 2-3 ਮਹੀਨੇ ਪਹਿਲਾਂ, ਲੋਕਡਾਊਨ ਤੋਂ ਪਹਿਲਾਂ ਮਾਰਚ ਦੇ ਵਿੱਚ ਜਦੋਂ ਫੋਨ ਠੀਕ ਹੋਇਆ ਸੀ, ਬਸ ਉਦੋਂ ਗੱਲ ਹੋਈ ਸੀ। ਉਸ ਤੋਂ ਬਾਅਦ ਫਿਰ ਜੁਲਾਈ ਦੇ ਵਿੱਚ ਉਹਦੇ ਫਾਦਰ ਸਾਹਿਬ ਦੇ ਫੋਨ 'ਤੇ ਫੋਨ ਆਇਆ ਸੀਗਾ। ਅਤੇ ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ 'ਤੇ ਮਤਲਬ ਕਿ ਪੋਸਟ ਪਈ ਆ, ਉਹਨੂੰ ਪਤਾ ਚੱਲਿਆ, ਬਸ ਉਦੋਂ ਉਹਨੇ ਕਾਲ ਕੀਤੀ ਆ। ਉਦੋਂ ਬਸ ਉਹਨੇ ਇਹ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਆ, ਮੈਨੂੰ ਮਾफ़ ਕਰ ਦਿਓ, ਮੈਨੂੰ ਉਸ ਟਾਈਮ ਪਤਾ ਨਹੀਂ ਸੀਗਾ ਵੀ ਮੈਂ ਕੀ ਕਰ ਲਿਆ, ਮੇਰਾ ਦਿਮਾਗ ਨਹੀਂ ਸੀ ਠੀਕ, ਮੈਨੂੰ ਪਤਾ ਨਹੀਂ ਮੈਂ ਕਿੱਦਾਂ ਬੋਲ ਗਿਆ, ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਮੈਂ ਦੁਬਾਰਾ ਆਊਂਗਾ, ਮੈਂ ਰਿਸ਼ਤਾ ਦੁਬਾਰਾ ਰੱਖਣਾ ਤੁਹਾਡੇ ਨਾਲ, ਬਟ ਤੁਸੀਂ ਜੋ ਵੀ ਕੰਪਲੇਂਟਸ ਹੈਗੀਆਂ ਜਾਂ ਕੇਸ ਹੈਗਾ ਉਹਨੂੰ ਵਾਪਸ ਲੈ ਲਓ, ਅਤੇ ਮੈਂ ਵੀ ਸਟਾਂਪ ਪੇਪਰ 'ਤੇ ਲਿਖ ਕੇ ਇੱਥੇ ਦੇ ਦੇਣਾ ਸਭ ਦੇ ਸਾਹਮਣੇ ਕਿ ਮੈਂ ਇਹਦੇ ਨਾਲ ਰਹਿਣਾ ਹੈਗਾ। ਅਤੇ ਬਟ ਮੈਂ ਉਹਨੂੰ ਕਿਹਾ ਸੀਗਾ ਕਿ ਬਟ ਤੂੰ ਜਦੋਂ ਆਏ ਪਹਿਲਾਂ ਵਾਪਸ ਆ ਜਾ, ਫਿਰ ਉਸ ਤੋਂ ਬਾਅਦ ਇਹ ਸਭ ਵਾਪਸ ਲੈ ਲੂੰਗੀ, ਬਟ ਇੱਦਾਂ ਨਹੀਂ। ਬਟ ਉਹਨੇ ਕਿਹਾ ਕਿ ਨਹੀਂ, ਮੈਨੂੰ ਹਜੇ 3-4 ਮਹੀਨੇ ਹੋਰ ਲੱਗਣਗੇ। ਫਿਰ ਕੀਤੀ ਸੀ, ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਮੈਨੂੰ ਇਹ ਕਹਿਤਾ, ਮਤਲਬ 2-3 ਮਹੀਨੇ ਕੰਪਲੇਂਟ ਪਈ ਰਹੀ ਹੈ ਮੇਰੀ ਉੱਥੇ। ਬਾਅਦ ਵਿੱਚ ਉਹਨਾਂ ਨੇ ਇਹ ਕਹਿਤਾ, ਉਹਦੇ ਪੈਰੈਂਟਸ ਕਹਿੰਦੇ ਕਿ ਅਸੀਂ ਤਾਂ ਜੀ ਮੁੰਡੇ ਨੂੰ ਬੇਦਖਲ ਕੀਤਾ ਹੋਇਆਗਾ। ਬਟ ਉੱਥੇ ਮੈਮ ਸੀਗੇ BPS ਮੈਮ ਹਰਵੰਤ ਕੌਰ, ਉਹਨਾਂ ਨੇ ਕਿਹਾ ਕਿ ਨਹੀਂ, ਇੱਦਾਂ ਬੇਦਖਲ ਨਹੀਂ ਕਰ ਸਕਦੇ, ਕਿ ਅਗਰ ਤੁਸੀਂ ਬੇਦਖਲ ਕਰਨਾ ਸੀ ਤੁਸੀਂ ਮੈਰਿਜ ਤੋਂ ਪਹਿਲਾਂ ਕਰਨਾ ਸੀ, ਅਗਰ ਤੁਸੀਂ ਬੇਦਖਲ ਕੀਤਾ ਆਪਣੇ ਬੱਚੇ ਨੂੰ ਕੀਤਾ, ਵੀ ਇਹ ਛੋਟੇ ਬੱਚੇ ਨੂੰ ਕੁੜੀ ਕਿੱਥੇ ਲੈ ਕੇ ਜਾਊਗੀ। ਫਿਰ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਆਪਣੀ ਸਟੇਟਮੈਂਟ ਦੇ ਦੇ, ਬਸ ਉਹਨਾਂ ਨੇ ਮੇਰੀ ਸਟੇਟਮੈਂਟ ਲੈ ਲਈ। ਉਸ ਤੋਂ ਬਾਅਦ ਕੁਛ ਨਹੀਂ ਹੋਇਆ। ਜਦੋਂ ਇਸ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਮੈਂ ਦੁਬਾਰਾ ਫਿਰ ਪੁੱਛਿਆ ਕਿ ਮੇਰੇ ਕੇਸ 'ਤੇ ਕੁਛ ਕਰੋ, ਤਾਂ ਉਹਨਾਂ ਨੇ ਮੈਨੂੰ ਕਹਿਤਾ ਕਿ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈਗੇ, ਸੋਲਿਡ ਪ੍ਰੂਫ ਨਹੀਂ ਹੈਗੇ ਉਹਦੀ ਮੈਰਿਜ ਦੇ। ਫਿਰ ਉਸ ਤੋਂ ਬਾਅਦ NRI ਵਿੰਗ ਦੇ ਵਿੱਚ ਕੀਤੀ ਸੀਗੀ, ਔਨਲਾਈਨ ਕੰਪਲੇਂਟ ਕੀਤੀ ਸੀ ਮੈਂ। ਉਹਨਾਂ ਨੇ ਸੰਗਰੂਰ ਨੂੰ ਮਾਰਕ ਕੀਤੀ ਸੀਗੀ, ਉੱਥੇ ਵੀ 3 ਵਾਰ ਜਾਂਦੇ ਰਹੇ ਆਪਾਂ। ਉਹਨਾਂ ਨੇ ਵੀ ਇਹ ਕਹਿਤਾ ਸੀ ਕਿ ਦੋਨੇ ਫੈਮਲੀਜ਼ ਆਪਸ ਵਿੱਚ ਬੈਠ ਕੇ ਹੱਲ ਕਰ ਲਓ, ਇੱਦਾਂ ਕੋਰਟ ਕਚਹਿਰੀਆਂ 'ਚ ਕਿੰਨਾ ਟਾਈਮ ਫਿਰਦੇ ਰਹੋਗੇ। ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ ਮਹਿਲਾ ਕਮਿਸ਼ਨ ਦੇ ਵਿੱਚ ਕੰਪਲੇਂਟ ਕੀਤੀ ਸੀਗੀ, ਉੱਥੋਂ ਵੀ ਕੰਪਲੇਂਟ ਹੁੰਦੀ ਹੋਈ ਪਹਿਲਾਂ ਬਰਨਾਲੇ ਆਈ ਸੀ, ਫਿਰ ਤੱਪੇ ਵਾਲਿਆਂ ਨੇ ਭਦੌੜ ਨੂੰ ਮਾਰਕ ਕਰਤੀ। ਇੱਥੇ 15-20 ਦਿਨ ਸਾਂਝ ਕੇਂਦਰ ਦੇ ਵਿੱਚ ਮੇਰੀ ਕੰਪਲੇਂਟ ਪਈ ਰਹੀ। ਆਪਾਂ ਪਤਾ ਵੀ ਕਰਿਆ, ਕਹਿੰਦੇ ਹਾਂਜੀ ਇੱਥੇ ਕੰਪਲੇਂਟ ਆਈ ਹੋਈ ਹੈ, ਹਾਂਜੀ ਕੋਈ ਗੱਲ ਨਹੀਂ ਅਸੀਂ ਕਰਦੇ ਹਾਂ। ਪਰ ਬਾਅਦ ਵਿੱਚ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਮੇਰੀ ਇੱਥੇ ਕੰਪਲੇਂਟ ਆਈ ਹੋਈ ਸਰ, ਸਾਨੂੰ ਤੁਸੀਂ ਕੁਛ ਕਰ ਨਹੀਂ ਰਹੇ, ਕਹਿੰਦੇ ਹਾਂਜੀ ਅਸੀਂ ਇੱਥੇ ਮਤਲਬ ASI ਪ੍ਰਦੀਪ ਸੀਗੇ, ਉਹ ਕਹਿੰਦੇ ਮੈਂ ਇੱਥੇ ਨਵਾਂ ਆਇਆ, ਮੈਨੂੰ ਹਜੇ ਇੰਨਾ ਪਤਾ ਨਹੀਂ, ਕੋਈ ਗੱਲ ਨਹੀਂ ਅਸੀਂ ਤੁਹਾਨੂੰ ਬੁਲਾਉਣੇ ਦੋਨਾਂ ਫੈਮਲੀਜ਼ ਨੂੰ। ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਉਸ ਫੈਮਲੀ ਨੂੰ ਫੋਨ ਕਰਤਾ ਉਹਨਾਂ ਨੂੰ, ਉਹ ਜਦ ਵੀ ਆ ਜਾਂਦੇ ਅਸੀਂ ਤੁਹਾਨੂੰ ਬੁਲਾ ਲੈਂਦੇ ਹਾਂ ਉਸ ਦਿਨ। ਅਤੇ ਉਹ ਸਾਰਾ ਮਤਲਬ ਕਿ ਸ਼ਾਮ ਨੂੰ 6 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਵੀ ਸਾਨੂੰ ਬੁਲਾਉਣਗੇ। ਬਟ ਸ਼ਾਮ ਨੂੰ ਮੈਂ ਫ਼ੋਨ ਕੀਤਾ, ਮੈਂ ਕਿਹਾ ਸਰ ਤੁਸੀਂ ਸਾਨੂੰ ਬੁਲਾਇਆ ਨਹੀਂ ਹੈਗਾ, ਵੀ ਉਹ ਆਏ ਨਹੀਂ ਹੈਗੇ, ਦੂਸਰੀ ਮੇਰੀ ਇਨ-ਲॉज ਆਏ ਨਹੀਂ ਹੈਗੇ। ਉਹ ਕਹਿੰਦੇ ਕਿ ਉਹ ਤਾਂ ਆ ਕੇ ਚਲੇ ਗਏ ਆ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਸਾਨੂੰ ਵੀ ਬੁਲਾਉਣਾ ਸੀਗਾ, ਦੋਨਾਂ ਪਾਰਟੀ ਨੂੰ ਸੁਣਨਾ ਸੀ। ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੀ ਕੰਪਲੇਂਟ ਤਪੇ ਭੇਜਦੀ ਆ, ਪਰਸੋਂ ਨੂੰ ਸੈਟਰਡੇ ਨੂੰ ਤੁਸੀਂ ਤਪੇ ਜਾਣਾ ਹੈਗਾ, ਉੱਥੇ DSP ਸਾਹਿਬ ਤੁਹਾਡੇ ਕੇਸ ਇੰਟਰਸਟ ਲੈ ਰਹੇ ਹੈਗੇ, ਉਹ ਦੇਖਣਗੇ।
ਫਿਰ ਸਰ ਸ਼ਨੀਵਾਰ ਨੂੰ ਅਸੀਂ ਤਪੇ ਗਏ ਸੀਗੇ, ਉੱਥੇ ਡੀਐਸਪੀ ਸਾਹਿਬ ਹੈ ਨਹੀਂ ਸੀਗੇ, ਉਹ ਅੱਗੇ ਧਰਨੇ ਵਗੈਰਾ 'ਤੇ ਗਏ ਹੋਏ ਸੀ। ਫਿਰ ਮੰਡੇ ਨੂੰ ਗਏ, ਉਸ ਦਿਨ ਵੀ ਸਾਨੂੰ ਮਿਲੇ ਨਹੀਂ ਹੈਗੇ। ਉੱਥੇ ਰੀਡਰ ਸਾਹਿਬ ਨੇ ਇਹਨਾਂ ਦੇ ਨਾਲ ਗੱਲ ਕੀਤੀ, ਦੋਨਾਂ ਫੈਮਲੀਜ਼ ਨੂੰ ਬੁਲਾਇਆ ਵੀ ਸੀਗਾ। ਪਹਿਲਾਂ ਇਹ ਕਹਿੰਦੇ ਸੀਗੇ ਕਿ ਹਾਂ ਆਪਾਂ ਇਹਨੂੰ ਘਰ ਲੈ ਜਾਂਦੇ ਹਾਂ ਆਪਣੇ, ਵੀ ਇਹ ਸਾਡੇ ਘਰ ਰਹੂਗੀ, ਸਾਡੀ ਸੇਵਾ ਪਾਣੀ। ਮੇਰੇ ਸਹੁਰਾ ਸਾਹਿਬ ਕਹਿੰਦੇ ਵੀ ਇਹ ਕਰੂਗੀ ਅਤੇ ਅਸੀਂ ਬੱਚੇ ਨੂੰ ਰੱਖਾਂਗੇ, ਬੱਚੇ ਦੇ ਨਾਮ ਅਸੀਂ ਤੀਸਰਾ ਪਾਰਟ ਜਿਹੜਾ ਹੈਗਾ ਉਹਦਾ ਲਗਵਾ ਦਾਂਗੇ। ਪਰ ਫਿਰ ਸਰ ਮੈਂ ਕਿਹਾ ਸੀ ਕਿ ਮੈਨੂੰ ਲੀਗਲੀ ਚਾਹੀਦਾ ਹੈਗਾ, ਵੀ ਲੀਗਲੀ ਤੁਸੀਂ ਕਰ ਦਿਓ, ਮੈਂ ਰੈਡੀ ਹਾਂ ਜਾਣ ਲਈ। ਕਹਿੰਦੇ ਲੀਗਲੀ ਨਹੀਂ ਅਸੀਂ ਕਰਦੇ ਹੈਗੇ। ਬਸ ਫਿਰ ਸਰ ਉੱਥੋਂ ਵਾਪਸ ਆ ਗਏ। ਫਿਰ ਇਹਨਾਂ ਨੇ ਮੇਰੇ ਦਿੱਤਾ ਪੇ, ਉੱਥੇ ਸਾਰੀ ਫੂਲ ਕੀਤੀ ਕੰਪਲੇਂਟ ਕਿ ਸਾਨੂੰ ਹੈਰਸ ਕਰਦੀ, ਸਾਡੇ ਤੋਂ ਪ੍ਰਾਪਰਟੀ ਮੰਗਦੀ ਆ। ਫਿਰ ਉਹਨਾਂ ਨੇ ਕਿਹਾ ਕਿ ਹਾਂਜੀ ਇਹਨਾਂ ਦਾ ਹੱਕ ਆ ਵੀ ਇਹ ਮੰਗਣਗੇ, ਬੱਚੇ ਦਾ ਹੱਕ ਤੁਸੀਂ ਦੇ ਦਿਓ, ਆਪਣੇ ਪੋਤੇ ਦੇ ਨਾਲ ਹੀ ਲਗਵਾਉਣੀ ਹੈ, ਤੁਸੀਂ ਲਗਵਾ ਦਿਓ। ਉੱਥੇ ਸਰ 4 ਦਿਨ ਟਾਈਮ ਲੈ ਆਈ। ਫਿਰ ਦੁਬਾਰਾ ਸ਼ਨੀਵਾਰ ਨੂੰ ਨੈਕਸਟ ਨੂੰ ਗਈ, ਉਸ ਦਿਨ ਵੀ ਬੋਲਤਾ, ਕਹਿੰਦੇ ਵੀ ਨਹੀਂ ਅਸੀਂ ਨਹੀਂ ਕੁਛ ਵੀ ਕਰਨਾ ਹੈਗਾ, ਰਿਕਾਰਡ ਦੇ ਥਰੂ ਇਹ ਕੁਛ ਲੈਣਾ ਚਾਹੁੰਦੀ ਲੈ ਲਈ, ਅਸੀਂ ਨਹੀਂ ਕੁਛ ਵੀ ਕਰਨਾ, ਮੈਂ ਅਸੀਂ ਇਹਦੇ ਨਾਲ ਗੱਲ ਕਰਨੀ ਆ। ਮੇਰੇ ਸਹੁਰਾ ਸਾਹਿਬ ਇਹ ਹੁਣ ਕਹਿੰਦੇ ਆ ਕਿ ਅਗਰ ਮੈਨੂੰ ਇੱਥੇ ਕੱਲ੍ਹ ਨੂੰ ਕੁਛ ਵੀ ਹੋ ਜਾਂਦਾ ਗਾ ਤਾਂ ਉਹਦੀ ਜ਼ਿੰਮੇਵਾਰੀ ਇਹ ਹੈ ਕਿ ਸਾਡੀ ਡਿਮਾਂਡ ਤਾਂ ਇਹੀ ਹੈ ਕਿ ਮਤਲਬ ਕਿ ਉਹਨੂੰ ਜਾਂ ਤਾਂ ਇੱਥੇ ਬੁਲਾਇਆ ਜਾਵੇ, ਉਹਨੂੰ ਪੁੱਛਿਆ ਜਾਵੇ ਕਿ ਉਹਨੇ ਸਭ ਕਿਉਂ ਕੀਤਾ, ਜਾਂ ਸਰ ਫਿਰ ਮੈਨੂੰ ਜਾਂ ਮੇਰੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ, ਮੇਰੇ ਬੱਚੇ ਦਾ ਹੱਕ ਦਿਵਾਇਆ ਜਾਵੇ। ਉਹਨੂੰ ਜੋ ਅਸੀਂ ਇੱਦਾਂ ਰੋਲ ਰਹੇ ਹਾਂ, ਕਦੀ ਇੱਥੇ ਜਾ ਰਹੇ ਹਾਂ ਕਦੀ ਉੱਥੇ ਜਾ ਰਹੇ ਹਾਂ, ਔਰ ਇਹ ਚੀਜ਼ ਮੇਰੇ ਬੱਚੇ ਨੂੰ ਬਹੁਤ ਇਫੈਕਟ ਕਰ ਰਹੀ ਹੈ। ਪਹਿਲਾਂ ਉਹਨੂੰ ਇਹ ਚੀਜ਼ਾਂ ਪਤਾ ਨਹੀਂ ਸੀਗੀਆਂ, ਬਟ ਹੁਣ ਹਰ ਜਗ੍ਹਾ ਜਾਣੇ ਤਾਂ ਉੱਥੇ ਕਹਿੰਦੇ ਕਿ ਬੱਚੇ ਨੂੰ ਨਾਲ ਲੈ ਕੇ ਜਾਣਾ ਪੈਂਦਾ। ਇਹ ਚੀਜ਼ਾਂ ਉਹਦੇ ਛੋਟੇ ਜਿਹੇ ਦਿਮਾਗ 'ਤੇ ਬਹੁਤ ਅਸਰ ਕਰਦੀਆਂ, ਬਹੁਤ ਕੁਐਸਚਨ ਪੁੱਟ ਕਰਦਾ ਉਹ ਇਹਨਾਂ ਚੀਜ਼ਾਂ 'ਤੇ। ਕੁਛ ਨਹੀਂ ਸਰ, ਪਹਿਲਾਂ ਤਾਂ ਜਿੱਦਾਂ ਹੁੰਦਾ ਵੀ ਬਹੁਤ ਸੀਗੀ ਅਟੈਚਮੈਂਟ ਇਹ ਦੋਨਾਂ ਦੀ, ਬਟ ਹੁਣ ਜਦੋਂ ਉਹਨੇ ਪਤਾ ਲੱਗਿਆ, ਹੁਣ ਉਹ ਮੈਨੂੰ ਕਹਿ ਦਿੰਦਾ ਕਿ ਮੰਮਾ ਉਹਦਾ ਨਾਮ ਵੀ ਨਾ ਲਿਆ ਕਰੋ, ਈਵਨ ਕਿ ਉਹ ਫੋਨ ਦੇ ਵਿੱਚ ਫੋਟੋਜ਼ ਸੀਗੀਆਂ ਉਹ ਵੀ ਕਹੂਗਾ ਕਿਉਂ ਰੱਖੀਆਂ ਨੇਗੀਆਂ। ਅਤੇ ਐਵੇਂ ਦੇ ਪਾਪਾ ਜਿਹੜੇ ਮੇਰੇ ਨਾਲ ਗੱਲ ਹੀ ਨਹੀਂ ਕਰਦੇ, ਕਿਉਂਕਿ ਸਰ ਜਦੋਂ ਲਾਸਟ ਉਹਨੇ ਗੱਲ ਕੀਤੀ ਸੀ, ਇਹ ਉਹਨੂੰ ਬਹੁਤ ਟਾਈਮ ਕਹਿੰਦਾ ਰਿਹਾ ਕਿ ਪਾਪਾ ਮੈਨੂੰ ਵੀਡੀਓ ਕਾਲ ਕਰੋ, ਵੀਡੀਓ ਕਾਲ ਕਰ ਮੈਨੂੰ ਦਿਖਾ ਦਿਓ, ਤੁਸੀਂ ਮੋਟੇ ਹੋ ਗਏ ਪਤਲੇ ਹੋ ਗਏ, ਮੈਨੂੰ ਵੀਡੀਓ ਕਾਲ ਕਰੋ। ਬਟ ਉਹ ਸਰ 3 ਮਹੀਨੇ ਹੀ ਕਹਿੰਦਾ ਰਿਹਾ ਕਿ ਮੇਰਾ ਫ਼ੋਨ ਖ਼ਰਾਬ ਹੋ ਗਿਆ, ਮੈਂ ਵੀਡੀਓ ਕਾਲ ਨਹੀਂ ਕਰ ਸਕਦਾ, ਮੇਰਾ ਫ਼ੋਨ ਖ਼ਰਾਬ ਹੋ ਗਿਆ, ਮੇਰੇ ਕੋਲ ਛੋਟਾ ਫ਼ੋਨ ਆ। ਪਰ ਮੈਂ ਸੋਚਦੀ ਹਾਂ ਕਿ ਅਗਰ ਬੱਚੇ ਨਾਲ ਇੰਨੀ ਅਟੈਚਮੈਂਟ ਹੁੰਦੀ, ਉਹ ਕਿਸੇ ਹੋਰ ਦੇ ਫ਼ੋਨ ਤੋਂ ਵੀ ਤਾਂ ਫ਼ੋਨ ਕਰ ਹੀ ਸਕਦਾ ਸੀਗਾ। ਬਸ ਉਸ ਤੋਂ ਬਾਅਦ ਇਹਨੇ ਕਹਿਤਾ ਸੀ ਕਿ ਨਹੀਂ ਪਾਪਾ ਨੇ, ਮੈਨੂੰ ਨਹੀਂ ਐਵੇਂ ਦੇ ਪਾਪਾ ਚਾਹੀਦੇ, ਮੈਨੂੰ ਮੇਰੇ ਕੋਲ ਆਉਂਦੇ ਨਹੀਂ, ਜਾਂ ਮੈਨੂੰ ਵੀਡੀਓ ਕਾਲ ਵੀ ਨਹੀਂ ਕਰਦੇ ਹੈਗੇ। ਹੁਣ ਮੈਨੂੰ ਕਹਿ ਦਿੰਦਾ ਕਿ ਨਹੀਂ ਮੰਮਾ ਆਪਾਂ ਨਹੀਂ ਜਾਣਾ ਉਹ ਪਾਪਾ ਕੋਲ, ਮੈਨੂੰ ਨਹੀਂ ਉਹ ਪਾਪਾ ਚਾਹੀਦੇ। ਕਿਉਂਕਿ ਇਹਨੇ ਸਰ ਮਤਲਬ ਮੈਨੂੰ ਪਤਾ ਨਹੀਂ ਸੀਗਾ, ਇਹਨੇ ਖੁਦ ਉਹਨੂੰ ਫ਼ੋਨ 'ਤੇ ਬੋਲਿਆ ਕਿ ਪਾਪਾ ਜਦੋਂ ਮੰਮਾ ਸੌਂ ਜਾਂਦੀ ਆ ਨਾ, ਮੈਂ ਤੁਹਾਡੀ ਮੈਸੇਂਜਰ 'ਤੇ ਜਿਹੜਾ ਪਹਿਲਾਂ ਉਹਦੀ ਆਈਡੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਇੰਨੇ ਇਮੋਜੀ ਭੇਜਦਾ ਹੁੰਦਾ ਸੀ, ਤੁਸੀਂ ਕਦੇ ਕੋਈ ਰਿਪਲਾਈ ਨਹੀਂ ਕੀਤਾ। ਉਹ ਮੈਂ ਰਾਤ ਨੂੰ ਭੇਜਦਾ ਹੁੰਦਾ ਸੀ ਮੰਮਾ ਤੋਂ ਚੋਰੀ ਉੱਠ ਕੇ ਫ਼ੋਨ ਚੱਕ ਕੇ, ਕਿ ਪਾਪਾ ਨੂੰ ਇਮੋਜੀ ਭੇਜਦਾ ਹੁੰਦਾ ਸੀ ਸੋਹਣੇ ਤੇ ਪਾਪਾ ਤੁਸੀਂ ਰਿਪਲਾਈ ਨਹੀਂ ਕਰਦੇ ਸੀਗੇ। ਲਾਸਟ ਵੀ ਜਦੋਂ ਉਹਨੇ ਕਾਲ ਕੀਤੀ ਸੀ ਤਾਂ ਇਹਨੇ ਇਹੀ ਕਿਹਾ ਸੀਗਾ ਕਿ ਪਾਪਾ ਮੈਂ ਕੱਪੜੇ ਲੈਣੇ ਆ, ਤੁਸੀਂ ਮੈਨੂੰ ਪੈਸੇ ਭੇਜ ਦਿਓ। ਕਹਿੰਦਾ ਹਾਂ ਮੈਂ ਭੇਜੂੰਗਾ ਤੈਨੂੰ ਪੈਸੇ। ਮੈਂ ਕਿਹਾ ਸੀ ਵੀ ਇਹਨੂੰ ਕਾਲ ਕਰ ਲਿਆ ਕਰ, ਐਟਲੀਸਟ ਇਹਨੂੰ ਐਂ ਲੱਗੇ ਕਿ ਮੇਰਾ ਬਾਪ ਹੈਗਾ ਏ, ਜਸਟ ਚਾਹੇ 10 ਮਿੰਟ ਹੀ ਕਾਲ ਕਰ ਲਿਆ ਕਰ। ਕਹਿੰਦਾ ਹਾਂ ਕੋਈ ਗੱਲ ਨਹੀਂ ਮੈਂ ਕਾਲ ਕਰ ਲਿਆ ਕਰੂੰ, ਕਾਲ ਹੀ ਕਰਨੀ ਆ। ਪਰ ਪੂਰਾ 1 ਸਾਲ ਹੋ ਗਿਆ, ਬੰਦੇ ਨੇ ਕਦੇ ਨਹੀਂ ਉਸ ਤੋਂ ਬਾਅਦ ਨਾ ਕਾਲ ਕੀਤੀ, ਨਾ ਹੀ ਕੁਛ, ਨਾ ਇਹਨੂੰ ਇਹਦੇ ਬਾਰੇ ਪੁੱਛਿਆ। ਮੈਂ ਉਹਨਾਂ ਨੂੰ ਔਨਲਾਈਨ ਪਾਈ ਸੀ ਜਿਹੜੀ ਕੰਪਲੇਂਟ, ਉਹਦੇ 'ਚ ਰਿਵਰਟ 'ਚ ਉਹਨਾਂ ਨੇ ਮਤਲਬ ਕਿ ਹਾਂਜੀ ਮਨੀਸ਼ਾ ਗੁਲਾਟੀ ਨੂੰ ਵੂਮਨ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਮੇਲ ਕੀਤੀ ਸੀ, ਤਾਂ ਉਹਨਾਂ ਨੇ ਮੇਰੀ ਜਿਹੜੀ ਕੰਪਲੇਂਟ ਸੀਗੀ ਉਹ ਇੱਥੇ ਐਸਐਸਪੀ ਸਾਹਿਬ ਨੂੰ ਬਰਨਾਲਾ ਨੂੰ ਭੇਜੀ ਸੀਗੀ ਕਿ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ। ਔਰ ਮੈਂ ਸੀਐਮ ਸਾਹਿਬ ਨੂੰ ਮੇਲ ਕੀਤੀ ਸੀ, ਹਿਊਮਨ ਰਾਈਟਸ ਦੇ ਵਿੱਚ ਮੇਲ ਕੀਤੀ ਸੀਗੀ, ਤਾਂ ਉਹਨਾਂ ਨੇ ਫਿਰ ਆਪਾਂ ਨੂੰ ਮਾਰਕ ਕੀਤੀ ਸੀਗੀ। ਬਟ ਹੁਣ ਮੈਂ ਸੋਚਦੀ ਹਾਂ ਕਿ ਮੈਮ ਨੂੰ ਮੈਂ ਫਿਰ ਦੁਬਾਰਾ ਮੇਲ ਕੀਤੀ ਸੀ ਕਿ ਇਸ ਵਿੱਚ ਕੁਛ ਨਹੀਂ ਹੋਇਆ। ਉਹਨਾਂ ਨੇ ਮੈਨੂੰ 10 ਦਿਨ ਦਾ ਟਾਈਮ ਦਿੱਤਾ ਸੀਗਾ, ਮੇਲ ਦਾ ਰਿਵਰਟ ਆਇਆ ਸੀ ਕਿ ਸਾਡੇ ਕੋਲ ਬਹੁਤ ਜ਼ਿਆਦਾ ਕੇਸਿਸ ਨੇ, ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ, ਸਾਨੂੰ 10 ਦਿਨ ਦਾ ਟਾਈਮ ਦਿਓ। ਬਟ ਹੁਣ ਮੈਂ ਸੋਚਦੀ ਹਾਂ ਕਿ ਮੈਨੂੰ ਮੈਮ ਤੱਕ ਆਸ ਹੈਗੀ ਆ ਕਿ ਉਹੀ ਕੁਛ ਕਰ ਸਕਦੇ ਆ, ਹੋਰ ਮੈਨੂੰ ਕਿਤੇ ਕੁਛ ਨਹੀਂ ਲੱਗ ਰਿਹਾ ਕਿ ਕੋਈ ਮੇਰੀ ਹੈਲਪ ਕਰੂੰਗਾ। ਸਰ ਸਾਨੂੰ ਮਤਲਬ ਸਾਡੀ ਬੇਟੀ ਨੂੰ ਤਾਂ 5 ਸਾਲ ਹੋ ਗਏ ਰੁਲਦੀ ਫਿਰਦੇ ਨੂੰ ਜਿਵੇਂ ਇਸ ਤਰ੍ਹਾਂ, ਅਤੇ ਹੁਣ ਸਾਨੂੰ ਲਗਾਤਾਰ 3 ਸਾਲ 1.5 ਸਾਲ ਹੋ ਗਏ ਜੀ ਇਸ ਤਰ੍ਹਾਂ ਫਿਰਦੇ ਨੂੰ। ਹੁਣ 2 ਮਹੀਨੇ ਸਾਡੇ ਨਾਲ ਮਤਲਬ ਜਥੇਬੰਦੀ ਜੁੜੀ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਡਿਫੈਂਡ, ਅਤੇ ਇਸੇ ਕਰਕੇ ਅਸੀਂ ਮਤਲਬ ਇੱਥੇ ਆਏ ਸੀਗੇ, ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ। ਹਾਂਜੀ ਅਸੀਂ ਸੀਗੇ ਜਦੋਂ ਉਹ ਸਾਨੂੰ ਮਤਲਬ ਉਸ ਤਰ੍ਹਾਂ ਲੈ ਗਿਆ ਹੱਥੋਂ ਪੈਸੇ, ਮੈਂ ਵੀ ਪੈਸੇ ਦਿੱਤੇ ਜੀ, ਮੇਰੇ ਭਣੋਈਏ ਨੇ ਵੀ ਦਿੱਤੇ ਪੈਸੇ ਉਹਨੂੰ। ਸਾਨੂੰ ਕਹਿੰਦਾ ਵੀ ਮੈਂ ਬਸ 6 ਮਹੀਨੇ ਜਾ ਕੇ ਬਾਅਦ 'ਚ ਮੈਂ ਇਹ ਗੁੱਡੀ ਨੂੰ ਬੁਲਾ ਲੂੰਗਾ ਸਰਬਜੀਤ ਨੂੰ, ਅਤੇ ਪਰ ਉੱਥੇ ਜਾ ਕੇ ਉਹਨੇ ਦੂਜੀ ਮੈਰਿਜ ਕਰਾ ਲਈ, ਉੱਧਰ ਉਹ ਸੈੱਟ ਹੋ ਗਿਆ। ਸਾਨੂੰ ਫੋਨ ਕਰਤਾ ਵੀ ਮੈਂ ਤਾਂ ਇੱਥੇ ਸੈੱਟ ਹੋ ਗਿਆ, ਤੁਸੀਂ ਆਪਦੇ। ਅਤੇ ਉਸ ਤੋਂ ਬਾਅਦ ਸਹੁਰੇ ਪਰਿਵਾਰ ਦੇ ਅਸੀਂ ਛੱਡ ਕੇ ਆਏ ਜੀ ਉੱਥੇ, ਅਤੇ ਉਹ ਮਤਲਬ ਜਿਹੜਾ ਸਹੁਰਾ ਇਹਦਾ ਨਾਜਰ ਸਿੰਘ, ਉਹ ਕੁੜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ। ਇੱਕ ਉਹਦਾ ਜੇਠ ਹੈਗਾ ਜੀ ਫੌਜੀ ਆ, ਉਹ ਚਮਕੌਰ ਸਿੰਘ ਫੌਜੀ ਤਾਏ ਦਾ ਲੜਕਾ ਜੀ, ਉਹ ਅਤੇ ਇੱਕ ਗੁਰਦੀਪ ਸਿੰਘ, 2 ਭਰਾ ਨੇ ਜੀ। ਉਹ ਬਹੁਤ ਜ਼ਿਆਦਾ ਕੁੜੀ ਨੂੰ ਪਰੇਸ਼ਾਨ ਕਰਦੇ ਜੀ, ਸਮਾਨ ਭੰਨਿਆ, ਇਹਦੇ ਲੱਤਾਂ ਬਾਹਾਂ ਮਾਰੀਆਂ ਇਹਨਾਂ ਨੇ ਜੀ। ਅਤੇ ਇਹਦੀ ਮਤਲਬ ਜਿਹੜਾ ਸਹੁਰਾ ਉਹਦੇ ਇੱਜ਼ਤ ਨੂੰ ਵੀ ਹੱਥ ਪਾਇਆ ਜੀ ਉਸਨੇ। ਦਾਰੂ ਡੇਲੀ ਪੀਂਦਾ ਜੀ ਉਹ,
ਡੇਲੀ ਦਾਰੂ ਪੀਂਦਾ ਜੀ, ਘਰੇ ਦਾਰੂ ਪੀਤੇ ਵਾਲੇ ਬੰਦੇ ਲੈ ਕੇ ਆਉਂਦਾ ਜੀ, ਘਰੇ ਗੁੱਡੀ ਨੂੰ ਕਹਿੰਦਾ ਸੀ ਮੇਰੇ ਕੋਲੇ ਬੈਠ, ਤੇ ਜਦੋਂ ਸ਼ਰਾਬੀ ਬੰਦੇ ਬੈਠੇ ਉਹਨਾਂ ਦੇ ਵਿੱਚ ਬੱਚੇ ਕਿਵੇਂ ਬੈਠੂਗੇ। ਅਸੀਂ ਇਹੀ ਕਰਦੇ, ਇਨਸਾਫ ਮੰਗਦੇ ਜੀ। ਉਹ ਬੱਚੀ ਦਾ ਕੋਈ ਬਣੇ ਕੋਈ ਇਸ ਤਰ੍ਹਾਂ ਰੁਲਦੀ ਫਿਰਦੀ ਹੈ ਜੀ, ਉਹਨੂੰ ਸਹੀ ਇਨਸਾਫ ਮਿਲੇ ਜੋ ਬੰਦ ਹੈਗਾ ਪ੍ਰਸ਼ਾਸਨ ਦਾ। ਪਰ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ ਜੀ, ਉਹਨਾਂ ਦਾ ਬੱਚਾ ਜੀ, ਉਹਦੇ ਬਾਰੇ ਵੀ ਨਹੀਂ ਸੋਚਦੇ। ਸਾਡੀ ਬੱਚੀ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ। ਅਸੀਂ ਕੰਪਲੇਂਟ ਪਹਿਲਾਂ ਵੀ ਦਿੱਤੀ ਸੀ ਜੀ, ਇਹਨਾਂ ਨੇ ਸਾਨੂੰ ਲਾਰੇ ਲਾਈ ਜਾਂਦੇ ਜੀ, ਕੋਈ ਸਾਨੂੰ ਸਮਝ ਉਲਟਾ ਸਮਝਾਉਣ ਲੱਗ ਜਾਂਦੇ ਆ ਜੀ ਇਹ ਸਾਰੇ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਇੱਥੇ ਨਹੀਂ ਕੁਛ ਹੋਣਾ, ਇੱਥੇ ਕੁਛ ਨਹੀਂ ਹੋਣਾ, ਕੋਰਟ ਦਾ ਕੇਸ ਹੈ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਜੀ। ਅਸੀਂ ਜਾਈਏ ਕਿਤੇ ਸਾਨੂੰ ਸਮਝ ਨਹੀਂ ਲੱਗਦੀ। ਅੱਜ ਸਾਡੇ ਨਾਲ ਇਹ ਯੂਨੀਅਨ ਵੀ ਜੁੜੀ ਹੋਈ ਹੈ। ਦੇਖੋ ਅਸੀਂ ਸਾਡਾ ਜ਼ੋਰ ਹੈਗਾ ਪ੍ਰਸ਼ਾਸਨ ਨੂੰ, ਅਸੀਂ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਮਿਲੇ। ਹਾਂਜੀ, ਮੇਰੇ ਪਾਪਾ ਨੇ ਉੱਥੇ ਜਾ ਕੇ ਵਿਆਹ ਕਰਵਾ ਲਿਆ ਤੇ ਮੈਨੂੰ ਕਹਿੰਦੇ ਕਿ ਮੈਂ ਤੇਰੀ ਨਵੀਂ ਮੰਮਾ ਲੈ ਲਈ ਆ, ਤੂੰ ਪੁਰਾਣੀ ਮੰਮਾ ਨੂੰ ਛੱਡ ਦੇ। ਹਾਂਜੀ, 2 ਸਾਲ ਪਹਿਲਾਂ ਹੋਈ ਸੀਗੀ। ਉਦੋਂ ਮੈਂ ਕਿਹਾ ਸੀ ਕਿ ਪਾਪਾ ਮੈਨੂੰ ਪੈਸੇ ਭੇਜ ਦਿਓ, ਮੈਂ ਕੱਪੜੇ ਲੈਣੇ ਆ। ਪਾਪਾ ਕਹਿੰਦੇ ਕਿ ਮੈਂ ਕੱਲ੍ਹ ਹੀ ਭੇਜ ਦੂੰਗਾ, ਪਰ ਭੇਜੇ ਨਹੀਂ ਹੈਗੇ। ਹਾਂਜੀ, ਮੰਮਾ ਨਾਲ ਪਾਪਾ ਨੇ ਬਹੁਤ ਬੁਰਾ ਕੀਤਾ ਤੇ ਜਦੋਂ ਦੇ ਮੰਮਾ ਨੂੰ ਪਤਾ ਚੱਲਿਆ, ਮੰਮਾ ਬਹੁਤ ਰੋਏ ਸੀਗੇ। ਮੈਂ ਚਾਹੁੰਦਾ ਕਿ ਹੁਣ ਮੈਂ ਮੰਮਾ ਨਾਲ ਹੀ ਰਹਾਂ, ਹੋਰ ਕਿਸੇ ਨਾਲ ਨਹੀਂ। ਹਾਂਜੀ, ਉਹ ਕਹਿੰਦੇ ਮੇਰੇ ਪਾਪਾ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਮੇਰੀ ਮੰਮਾ ਦਾ ਦੂਸਰਾ ਵਿਆਹ ਕਰਵਾ ਦਿਓ, ਮੈਂ ਬਾਜਾਂ ਦਾ ਪੈਸਾ ਭੇਜ ਦੂੰਗਾ। ਪਾਪਾ ਮੈਨੂੰ ਗੰਦੇ ਲੱਗਦੇ ਆ। ਲੜਕੀ ਨੂੰ 5 ਸਾਲ ਹੋ ਗਏ ਥਾਣਿਆਂ 'ਚ ਖੱਜਲ ਖਵਾਰ ਹੁੰਦੀ ਨੂੰ, ਉਹਨੂੰ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਲੈਣ ਖਾਤਰ ਅਸੀਂ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਪਹਿਲਾਂ ਫੂਲ ਸਾਨੂੰ ਸੱਦਿਆ, ਉੱਥੇ ਇਨਸਾਫ ਨਹੀਂ ਮਿਲਿਆ। ਤਾਪੇ ਗਏ ਡਿਪਟੀ ਦੇ, ਉੱਥੇ ਸਾਨੂੰ ਇਨਸਾਫ ਨਹੀਂ ਮਿਲਿਆ। ਅੱਜ ਇੱਥੇ ਆਏ ਹਾਂ, ਇੱਥੇ ਸਾਡੀ ਗੱਲ ਜੇ ਇਨਸਾਫ ਨਾ ਮਿਲਿਆ ਤੇ ਅਸੀਂ ਕੁੜੀ ਦੇ ਨਾਲ ਹੈ, ਸੰਘਰਸ਼ ਕਰਾਂਗੇ, ਇਹ ਕੁੜੀ ਨੂੰ ਇਨਸਾਫ ਦਿਵਾ ਕੇ ਰਹਾਂਗੇ। ਅਸੀਂ ਤਾਂ ਇੱਕੋ ਹੀ ਗੱਲ ਰੱਖਦੇ ਹਾਂ ਵੀ ਜੇ ਅਸੀਂ ਜਥੇਬੰਦਕ ਢਾਂਚੇ ਨਾਲ 2 ਮਹੀਨੇ ਹੋ ਗਏ ਕੁੜੀ ਨਾਲ ਜੁੜੇ ਨੂੰ, ਆਮ ਬੰਦੇ ਨੂੰ ਇਨਸਾਫ ਕਿੱਥੋਂ ਮਿਲੂਗਾ? ਜੇ ਕੋਈ ਜਥੇਬੰਦੀ ਅਸੀਂ ਸਾਰੇ ਤੁਰੇ ਫਿਰਦੇ ਹਾਂ, ਪੂਰਾ ਗਿਆਨ ਆ ਸਾਨੂੰ। ਹਰੇਕ ਥਾਣੇ 'ਚ ਕਿਤੇ ਕਹਿੰਦੇ ਆ ਤਪੇ ਰਿਪੋਰਟ ਲਿਖਾਓ, ਕਿਤੇ ਕਹਿੰਦੇ ਆ ਫੂਲ ਲਿਖਾਓ, ਕਿਤੇ ਕਹਿੰਦੇ ਆ ਭਦੌੜ ਲਿਖਾਓ। ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਸਾਡੇ ਜਥੇਬੰਦੀ ਪੂਰੀ ਤਿਆਰ ਬਰ ਤਿਆਰ ਹੈ। ਭਦੌੜ ਵਾਲੇ ਵੀਰ ਵੀ ਸਾਡੇ ਨਾਲ ਖੜ੍ਹੇ ਆ, ਨਥਾਣਾ ਬਲਾਕ ਸਾਰਾ ਖੜ੍ਹਾ ਹੈਗਾ। ਸਾਰੇ ਡਟ ਕੇ ਉਹਦੀ ਹਮਾਇਤ ਕਰਾਂਗੇ, ਇਨਸਾਫ ਦਬਾ ਕੇ ਰਹਾਂਗੇ। ਪੁਲਿਸ ਨੇ ਕਿਹਾ ਪਹਿਲਾਂ ਤਾਂ ਉਹ ਕਾਰਵਾਈ ਕਰਨ ਨੂੰ ਤਿਆਰ ਹੀ ਨਹੀਂ ਸੀਗੇ, ਕਹਿੰਦੇ ਵੀ ਤੁਹਾਡਾ ਮੈਟਰੀ 2 ਬਣਦੇ ਆ, ਇੱਕ ਤਾਂ ਬਾਹਰਲਾ ਗਾ ਤੇ ਉਹ ਤਾਂ ਕੋਰਟ ਰਾਹੀਂ ਹੋਊਗਾ, ਤੇ ਦੂਜਾ ਹੈਗਾ ਭਾਈ ਰੁਪਏ ਵਾਲਾ। ਫਿਰ ਜਦੋਂ ਅਸੀਂ ਪੁੱਛਿਆ ਵੀ ਸਾਨੂੰ ਤਾਪੇ ਤੋਂ ਕਿਉਂ ਉਹ ਸੱਦਿਆ ਗਿਆ, ਕੰਪਲੇਂਟ ਆਈ ਹੈ, ਫਿਰ ਉਹ ਇਸ ਰਾਹ 'ਤੇ ਮਾੜਾ ਮੋਟਾ ਆਇਆ ਵੀ ਉਹਨਾਂ ਨੂੰ ਬੁਲਾਉਣੇ ਹੈ ਤੇ ਵੀ ਤੁਹਾਡਾ ਮੈਟਰ ਹੱਲ ਕਰਾਉਣੇ ਹੈ। ਸੰਘਰਸ਼ ਅਸੀਂ ਕੋਈ ਆਏ ਨਹੀਂ ਵੀ ਅਸੀਂ 5 ਬੰਦੇ ਤੁਰ ਕੇ ਆ ਗਏ। ਅਸੀਂ ਰਾਮਪੁਰੇ ਆਪਦੇ ਸਾਰੇ ਬਲਾਕ ਨਾਲ ਗੱਲ ਕਰਕੇ, ਭਦੌੜ ਵਾਲੇ ਬਲਾਕ ਨਾਲ ਗੱਲ ਕਰਕੇ ਫੁੱਲ ਤਿਆਰੀ 'ਚ ਸਣੇ ਬੁੜੀਆਂ ਸਾਡੇ ਨਾਲ ਸਹਿਮਤ ਹੈ। ਅਸੀਂ ਰੋਕੀ ਬੈਠੇ ਹਾਂ। ਸਾਨੂੰ ਆਸ ਆ ਵੀ ਥਾਣੇ 'ਚ ਕੁਛ ਨਾ ਕੁਛ ਇਨਸਾਫ ਮਿਲ ਜੇ ਨਹੀਂ ਮਿਲਦਾ 1-2 ਦਿਨਾਂ 'ਚ ਤੇ ਅਸੀਂ ਥਾਣੇ ਦੇ ਵਾਰ ਕੇ ਆਵਾਂਗੇ। ਫੂਲ ਵੀ ਜਾਣਾ ਪੈ ਗਿਆ, ਫੂਲ ਵੀ ਕੋਈ ਗੱਲ ਨਹੀਂ, ਇੱਥੇ ਵੀ ਆਵਾਂਗੇ, ਇਨਸਾਫ ਲੈ ਕੇ ਰਹਾਂਗੇ। ਕੁੜੀ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ, ਇਹ ਦਰਦ ਸਾਡੀ ਜਥੇਬੰਦੀ ਦੇ ਦਿਲ 'ਚ। ਉਹਦੇ ਸੰਬੰਧ 'ਚ ਕੰਪਲੇਂਟ ਦਿੱਤੀ ਹੈ, ਉਹਨਾਂ ਨੇ ਸਾਡੇ ਕੋਲ ਪਹੁੰਚੀ ਹੈ। ਇਹਦੇ 'ਚ ਦੋਨਾਂ ਪਾਰਟ ਨੂੰ ਬੁਲਾ ਕੇ ਦੇਖਦੇ ਹਾਂ ਉਹਦੀ ਪ੍ਰੋਸੀਡਿੰਗ ਦੇ ਵਿੱਚ ਕੀ ਸਾਹਮਣੇ ਆਉਂਦਾ। ਜ਼ਾਬਤੇ ਅਨੁਸਾਰ ਕਾਰਵਾਈ ਕੀਤੀ ਜਾਊਗੀ। ਨਹੀਂ, ਸਾਨੂੰ ਪਹਿਲਾਂ ਕੀ ਹੈ, ਪਹਿਲਾਂ ਦੇ ਹਾਲਾਤਾਂ ਦਾ ਨਹੀਂ ਪਤਾ। ਹੁਣ ਦਰਖਾਸਤ ਆਈ ਤੋਂ ਪਤਾ ਲੱਗਿਆ ਵੀ ਇਹਨਾਂ ਦਾ ਜਿਹੜਾ ਫੈਮਿਲੀ ਡਿਸਪਿਊਟ ਹੈ, ਇਹਦੇ ਘਰ ਬਾਹਰ ਇਹਨੂੰ ਆਪਰੇਸ਼ਨ ਕੀਤਾ ਜਾ ਰਿਹਾ। ਐਕਚੁਅਲੀ ਜਦੋਂ ਦੋਨਾਂ ਧਿਰਾਂ ਨੂੰ ਆਮਣ ਸਾਹਮਣੇ ਕਰਾਂਗੇ ਉਦੋਂ ਅਸਲ ਗੱਲ ਸਾਹਮਣੇ ਆਊਗੀ। ਨਹੀਂ, ਹੁਣ ਇਹ ਤਾਂ ਨੈਚੁਰਲੀ ਹੈ, ਕਾਨੂੰਨ ਇਸੇ ਵਾਸਤੇ ਹੀ ਹੈ ਵੀ ਜੇ ਕੋਈ ਦੋਸ਼ ਬਣਦਾ ਤਾਂ ਹਰੇਕ ਦੇ ਖਿਲਾਫ ਹੀ ਦਰਜ ਹੁੰਦਾ। ਕਥਿਤ ਧੋਖਾਧੜੀ ਦਾ ਇਹ ਮਾਮਲਾ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਦੇ ਵਿੱਚ ਅਕਸਰ ਬਹੁਤ ਸਾਰੀਆਂ ਔਰਤਾਂ ਵਿਦੇਸ਼ੀ ਲਾੜਿਆਂ ਦੇ ਲਾਰਿਆਂ ਨਾਲ ਜ਼ਿੰਦਗੀ ਬਰਬਾਦ ਹੋਣ ਦੇ ਦੋਸ਼ ਲਾ ਚੁੱਕੀਆਂ ਨੇ। ਇਹ ਸਿਲਸਿਲਾ ਕਿਵੇਂ ਰੋਕਿਆ ਜਾ ਸਕਦਾ ਹੈ? ਕੀ ਸਮਾਜ ਨੂੰ ਜ਼ਿੰਮੇਵਾਰ ਬਣਨਾ ਪਵੇਗਾ ਜਾਂ ਇਸ ਨੂੰ ਰੋਕਣ ਲਈ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ? ਇਹ ਸਵਾਲ ਲੋਕਾਂ ਦੀ ਕਚਹਿਰੀ ਵਿੱਚ ਖੁੱਲ੍ਹੇਆਮ ਘੁੰਮ ਰਹੇ ਨੇ। ਕਿਸੇ ਵੀ ਸਵਾਲ ਨੂੰ ਠੋਸ ਅਤੇ ਢੁਕਵੇਂ ਜਵਾਬ ਦੇ ਨਾਲ ਹੀ ਸ਼ਾਂਤ ਕੀਤਾ ਜਾ ਸਕਦਾ ਹੈ। ਜਵਾਬ ਕਦੋਂ ਅਤੇ ਕਿਵੇਂ ਦੇਣਾ ਹੈ, ਇਹ ਜ਼ਿੰਮੇਵਾਰੀ ਸਮਾਜ ਅਤੇ ਸਿਸਟਮ ਦੋਵਾਂ ਦੀ ਬਣਦੀ ਹੈ। ਬਾਬੂਸ਼ਾਹੀ ਟਾਈਮਜ਼ ਤੋਂ ਕਮਲਜੀਤ ਸੰਧੂ ਦੀ ਰਿਪੋਰਟ।